ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗੁਰਬਾਜ ਸਿੰਘ ਬਰਾੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰਸਾਰ ਬਿਹਾਈਂਡ ਦਾ ਨਿਊਜ਼ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਜੀ। ਅੱਜ ਬੀਬਾ ਬਲਜਿੰਦਰ ਕੌਰ ਜੀ ਮੇਰੇ ਨਾਲ ਮੌਜੂਦ ਨਹੀਂ ਰਹਿਣਗੇ। ਆਪਾਂ ਤੁਹਾਡੇ ਸਹਿਯੋਗ ਦੇ ਨਾਲ ਇਹ ਸਾਰਾ 1 ਘੰਟੇ ਦਾ ਸ਼ੋਅ ਚਲਾਵਾਂਗੇ। ਠੀਕ 12 ਵਜੇ ਤੱਕ ਤੁਹਾਡਾ ਸਾਥ ਬਣਿਆ ਰਹੇਗਾ। ਸਕਰੀਨ ਤੇ ਆ ਰਹੇ ਨੰਬਰ ਨੂੰ ਦੇਖ ਕੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਚੱਲ ਰਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਿੱਧਾ ਹਿੱਸਾ ਲੈ ਸਕਦੇ ਹੋ, ਕਾਲ ਕਰਕੇ ਆਪਣੇ ਵਿਚਾਰ ਰੱਖ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਵੱਖ-ਵੱਖ ਖਬਰਾਂ ਤੇ ਵਿਚਾਰ ਕੀਤੀ ਜਾਏਗੀ। ਤਾਜ਼ਾ ਖਬਰਾਂ ਪੰਜਾਬ ਤੋਂ ਆ ਰਹੀਆਂ ਨੇ। ਆਰਡੀਨੈਂਸਾਂ ਦਾ ਜ਼ਬਰਦਸਤ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਨੇ ਯੂ ਟਰਨ ਲੈ ਲਿਆ। ਇਸ ਦੇ ਨਾਲ ਹੀ ਕਾਂਗਰਸ ਦੇ ਪੰਜਾਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਰਿਜ਼ਾਈਨ ਕਰ ਗਏ ਨੇ। ਕੁਲਜੀਤ ਸਿੰਘ ਨਾਗਰਾ ਨੇ ਵੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਤਾ। ਪੰਜਾਬ ਦੇ ਵਿੱਚ ਕਾਫੀ ਵੱਡੀ ਡਿਵੈਲਪਮੈਂਟ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ ਕਿਸਾਨ ਮਜ਼ਦੂਰ ਸੜਕਾਂ ਤੇ ਉਤਰੇ ਹੋਏ ਨੇ। ਪੰਜਾਬ ਦੀ ਗੱਲ ਬਾਅਦ 'ਚ ਕਰਾਂਗੇ, ਪਰ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਅਸੀਂ ਗੱਲਬਾਤ ਸ਼ੁਰੂ ਕਰਨ ਲੱਗੇ ਹਾਂ। ਕੈਨੇਡਾ ਇੱਕ ਬਹੁਰੰਗੀ ਮੁਲਕ ਹੈ। ਕੈਨੇਡਾ ਦੇ ਵਿੱਚ ਬੋਲਣ ਦੀ ਆਜ਼ਾਦੀ ਦੀ ਵਜ਼ਾਹਤ ਕੀਤੀ ਜਾਂਦੀ ਹੈ। ਇੱਥੇ ਵੱਖ-ਵੱਖ ਨਸਲਾਂ ਧਰਮਾਂ ਨੂੰ ਅਪਣਾਏ ਹੋਏ ਲੋਕ ਬੜੀ ਖੁਸ਼ੀ ਦੇ ਨਾਲ ਇਕੱਠੇ ਮਿਲ ਕੇ ਰਹਿੰਦੇ ਨੇ। ਇੱਥੇ ਵੀ ਕਿਸ ਕਦਰ ਭਾਰਤੀ ਏਜੰਸੀਆਂ ਦੀ ਦਖਲ ਅੰਦਾਜ਼ੀ ਵਧੀ ਹੋਈ ਹੈ, ਇਸ ਬਾਰੇ ਅੱਜ ਵਿਸ਼ੇਸ਼ ਗੱਲਬਾਤ ਹੋਏਗੀ। ਮੇਰੇ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨੁਮਾਇੰਦੇ, ਉਹਨਾਂ ਦੇ ਬੁਲਾਰੇ ਬਲਪ੍ਰੀਤ ਸਿੰਘ ਸ਼ਾਮਲ ਹੋਣ ਜਾ ਰਹੇ ਨੇ। ਹੋਰ ਜਾਣਕਾਰੀ ਆਪਾਂ ਬਲਪ੍ਰੀਤ ਸਿੰਘ ਹੋਰਾਂ ਤੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰਦਾਰ ਬਲਪ੍ਰੀਤ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਵਰਲਡ ਸਿੱਖ ਆਰਗੇਨਾਈਜੇਸ਼ਨ ਬਾਰੇ ਸੰਖੇਪ ਜਾਣਕਾਰੀ ਦਿਓ। ਸਾਨੂੰ ਸਾਰੇ ਉੱਤਰੀ ਅਮਰੀਕਾ ਦੇ ਵਿੱਚ ਦੇਖਿਆ ਤੇ ਸੁਣਿਆ ਜਾ ਰਿਹਾ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵਿੱਚ ਕਿਸ ਤਰ੍ਹਾਂ ਦੇ ਕੰਮ ਕਰਦੀ ਹੈ, ਇਹਦਾ ਘੇਰਾ ਕਿੱਥੋਂ ਤੱਕ ਫੈਲਿਆ ਹੋਇਆ ਜੀ? ਹਾਂਜੀ, ਸਾਡੀ ਜਿਹੜੀ ਸੰਸਥਾ ਹੈਗੀ ਆ 1984 ਦੇ ਵਿੱਚ ਸਥਾਪਿਤ ਹੋਈ ਸੀ ਤੇ ਇਹ ਇੱਕ ਨੈਸ਼ਨਲ ਆਰਗੇਨਾਈਜੇਸ਼ਨ ਹੈਗੀ ਆ। ਜੀ ਸਾਡੇ ਰੀਜਨਲ ਜਿਹੜੇ ਤੁਸੀਂ ਕਹਿ ਸਕਦੇ ਹੋ ਇਕਾਈਆਂ ਜਿਹੜੀਆਂ ਨੇ ਉਹ ਕੁਬੈਕ ਤੋਂ ਲੈ ਕੇ BC ਤੱਕ ਹੈਗੀਆਂ ਨੇ। ਵਿਚਕਾਰ ontario, ਮੈਨੀਟੋਬਾ, ਸਸਕੈਚੁਆਨ, ਅਲਬਰਟਾ, BC ਸਾਰਿਆਂ ਦੇ ਵਿੱਚ ਸਾਡੇ ਨੁਮਾਇੰਦੇ ਹੈਗੇ ਨੇ। ਸਾਡਾ 31 ਮੈਂਬਰ ਬੋਰਡ ਹੈਗਾ ਆ। ਜੀ ਇਹ ਖਾਸ ਗੱਲ ਜਿਹੜੀ ਸਾਡੀ ਸੰਸਥਾ ਦੀ ਹੈਗੀ ਆ ਕਿ ਜਿਹੜੀ ਫਾਊਂਡਿੰਗ ਜਨਰੇਸ਼ਨ ਸੀ ਹੂੰ ਉਹਨਾਂ ਨੇ ਇਸ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਆਉਣ ਵਾਲੀ ਜਨਰੇਸ਼ਨ ਨੂੰ ਦਿੱਤੀ ਹੈ ਤੇ ਤਕਰੀਬਨ 80% ਸਾਡਾ ਜਿਹੜਾ ਬੋਰਡ ਹੈਗਾ ਹੈ ਉਹ ਇੱਥੇ ਦੇ ਜੰਮਪਲ ਨੌਜਵਾਨ ਹੈਗੇ ਨੇ। ਹੂੰ ਤੇ ਜਿਹੜੇ ਸਾਡੇ ਪ੍ਰਧਾਨ ਨੇ ਉਹ ਸਰਦਾਰ ਤਜਿੰਦਰ ਸਿੰਘ ਸਿੱਧੂ ਕੈਲਗਰੀ ਦੇ ਨੇ ਤੇ ਉਹ ਇੱਥੇ ਦੇ ਜੰਮਪਲ ਨੌਜਵਾਨ ਹੈਗੇ ਨੇ। ਤੇ ਜੀ ਸਾਡਾ ਕੰਮ ਜਿਹੜਾ ਹੈਗਾ ਉਹ ਹਿਊਮਨ ਰਾਈਟਸ ਦੇ ਉੱਤੇ ਕੇਂਦਰਿਤ ਹੈਗਾ ਹੈ। ਜੇ ਕਿਸੇ ਨੂੰ ਕੋਈ ਹਿਊਮਨ ਰਾਈਟਸ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰਦੇ ਨੇ ਤੇ ਅਸੀਂ ਬਲਪ੍ਰੀਤ ਸਿੰਘ ਜੀ, ਆਪਣਾ ਮਾਈਕ ਥੋੜ੍ਹਾ ਜਿਹਾ ਸੈੱਟ ਕਰੋ ਜੀ। ਤੁਹਾਡੀ ਆਵਾਜ਼ ਮੇਰੇ ਤੱਕ ਸਪਸ਼ਟ ਨਹੀਂ ਪਹੁੰਚ ਰਹੀ। ਤੁਸੀਂ ਦੱਸ ਰਹੇ ਸੀ ਕਿ ਕੈਨੇਡਾ ਦੇ ਵਿੱਚ ਇਹ ਜਥੇਬੰਦੀ ਕਿਸ ਤਰ੍ਹਾਂ ਕੰਮ ਕਰਦੀ ਹੈ ਜੀ? ਹਾਂਜੀ, ਸੋ ਸਾਡੇ ਨਾਲ ਕੋਈ ਵੀ ਸੰਪਰਕ ਕਰ ਸਕਦਾ ਹੈ ਜੇ ਕੋਈ ਹਿਊਮਨ ਰਾਈਟਸ ਦੀ ਪ੍ਰੋਬਲਮ ਹੋਵੇ। ਹੂੰ ਤੇ ਵਾਂਸ ਅਗੇਨ ਕੋਈ ਕੈਨੇਡਾ ਦੇ ਸਿੱਖਾਂ ਪ੍ਰਤੀ ਕੋਈ ਇਸ਼ੂ ਹੈਗਾ ਆ ਤਾਂ ਹੂੰ ਅਸੀਂ ਉਹਦੇ ਬਾਰੇ ਵੀ ਆਪਣਾ ਜਿਹੜਾ ਹੈਗਾ ਐਕਸ਼ਨ ਜਾਂ ਕੋਈ ਐਡਵੋਕੇਸੀ ਕਰਦੇ ਹਾਂ। ਜੀ ਬਲਪ੍ਰੀਤ ਸਿੰਘ ਜੀ, ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਅਜਿਹੀ ਸਾਹਮਣੇ ਆਈ। ਟਵਿੱਟਰ ਜਿਹੜਾ ਸੋਸ਼ਲ ਮੀਡੀਆ ਜਿਹਦੀ ਤੁਹਾਡੇ ਵੱਲੋਂ ਕਾਫੀ ਵਧੀਆ ਉਹਦੀ ਵਰਤੋਂ ਕੀਤੀ ਜਾਂਦੀ ਹੈ, ਇਸਤੇਮਾਲ ਹੁੰਦਾ ਹੈ, ਉਹਦੇ 'ਤੇ ਤੁਸੀਂ ਕੋਈ ਪੋਸਟ ਪਾਈ। ਅਸੀਂ ਵੀ ਇੱਥੋਂ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਸ਼ਹੀਦੀ ਬਾਰੇ ਗੱਲਬਾਤ ਕੀਤੀ, ਟੀਵੀ 'ਤੇ ਗੱਲਬਾਤ ਹੋਈ, ਉਸ ਨੂੰ ਕਾਫੀ ਸਲਾਹਿਆ ਵੀ ਗਿਆ। ਤੁਸੀਂ ਅਜਿਹਾ ਟਵਿੱਟਰ 'ਤੇ ਕੀ ਲਿਖਤਾ ਕਿ ਭਾਰਤੀ ਲਾ ਇਨਫੋਰਸਮੈਂਟ ਏਜੰਸੀਆਂ ਨੂੰ ਉਹਨਾਂ 'ਤੇ ਇਤਰਾਜ਼ ਹੋਇਆ ਤੇ ਉਹਨਾਂ ਨੇ ਟਵਿੱਟਰ ਤੱਕ ਪਹੁੰਚ ਕੀਤੀ ਤੇ ਫਿਰ ਤੁਹਾਨੂੰ ਉਹ ਇਤਰਾਜ਼ ਟਵਿੱਟਰ ਵੱਲੋਂ ਭੇਜਿਆ ਗਿਆ? ਉਹਦੇ ਬਾਰੇ ਦੱਸੋ ਜੀ। ਹਾਂਜੀ, ਤਕਰੀਬਨ ਸਾਡੇ ਕੋਲ 2 ਲੀਗਲ ਨੋਟਿਸ ਟਵਿੱਟਰ ਵੱਲੋਂ ਆਏ ਨੇ ਜੀ ਤੇ ਉਸ ਦੇ ਵਿੱਚ ਇਹ ਲਿਖਿਆ ਕਿ ਭਾਰਤੀ ਲਾਅ ਇਨਫੋਰਸਮੈਂਟ ਨੇ ਉਹਨਾਂ ਨੂੰ ਨੋਟਿਸ ਦਿੱਤਾ ਕਿ ਸਾਡੀ ਜਿਹੜੀਆਂ ਟਵੀਟਸ ਨੇ ਉਹ ਇੰਡੀਅਨ ਭਾਰਤੀ ਕਾਨੂੰਨ ਦੀ ਉਲੰਘਣਾ ਕਰਦੇ ਨੇ। ਜੀ ਤੇ ਉਹ ਕਿਹੜੇ ਟਵੀਟ ਸੀਗੇ? ਸਭ ਤੋਂ ਪਹਿਲਾਂ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਬਾਰੇ ਕਿ ਉਹਨਾਂ ਨੇ ਜਿਹੜੀਆਂ ਲਵਾਰਸ ਲਾਸ਼ਾਂ ਸੀਗੀਆਂ ਉਹਦੇ ਬਾਰੇ ਰਿਸਰਚ ਕੀਤੀ ਸੀ। ਤੇ ਹੋਰ ਵੀ ਕੱਲ ਰਾਤੀ ਸਾਨੂੰ ਇੱਕ ਹੋਰ ਨੋਟਿਸ ਆਇਆ ਕਿ ਜਿਹੜਾ ਅਸੀਂ ਪੈਨਲ ਡਿਸਕਸ਼ਨ ਰੱਖਿਆ ਸੀ ਜਿਸ ਦੇ ਵਿੱਚ ਮਲਕਾ ਕੌਰ, ਭਾਈ ਸਵਰਨ ਸਿੰਘ ਤੇ ਹੋਰ ਜਿਹੜੇ ਉੱਥੇ ਚਸ਼ਮਦੀਦ ਗਵਾਹ ਸੀਗੇ 1984 ਦੇ, ਹੂੰ ਕਿ ਇਹ ਜਿਹੜਾ ਪੈਨਲ ਡਿਸਕਸ਼ਨ ਦੀ ਐਡਵਰਟਾਈਜ਼ਮੈਂਟ ਸੀ, ਇੱਕ ਤਰ੍ਹਾਂ ਦਾ ਪੋਸਟਰ ਸੀ ਤੇ ਇਹ ਵੀ ਇੰਡੀਅਨ ਕਾਨੂੰਨ ਦੇ ਉਲਟ ਹੈਗਾ ਹੈ। ਤੇ ਟਵਿੱਟਰ ਨੇ ਕਿਹਾ ਕਿ ਅਸੀਂ ਕੋਈ ਐਕਸ਼ਨ ਨਹੀਂ ਲੈ ਰਹੇ, ਪਰ ਤੁਸੀਂ ਆਪਣੀ ਸੁਰੱਖਿਆ ਵਾਸਤੇ, ਆਪਣੇ ਬਚਾਅ ਵਾਸਤੇ ਤੁਸੀਂ ਕੋਈ ਕਾਨੂੰਨੀ ਸਲਾਹ ਲੈ ਲਓ।
ਤੁਹਾਨੂੰ ਉਹਨਾਂ ਨੇ ਇਹ ਟਵੀਟ ਡਿਲੀਟ ਕਰਨ ਦੀ ਵੀ ਸਲਾਹ ਦਿੱਤੀ ਜੀ, ਫਿਰ ਤੁਸੀਂ ਇਹ ਟਵੀਟ ਡਿਲੀਟ ਕੀਤਾ ਜਾਂ ਕਾਨੂੰਨੀ ਮਸ਼ਵਰਾ ਕੀਤਾ ਜੀ ਕੋਈ? ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ। ਅਸੀਂ ਟਵੀਟ ਬਿਲਕੁਲ ਡਿਲੀਟ ਨਹੀਂ ਕਰਾਂਗੇ। ਉਹਦੇ ਹੂੰ, ਹੂੰ। ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿਹੜੀ ਕੈਨੇਡੀਅਨ ਕਾਨੂੰਨ ਦੇ ਉਲਟ ਹੋਵੇ, ਜਾਂ ਫਿਰ ਇੰਡੀਅਨ ਕਾਨੂੰਨ ਦੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿਹੜੀ ਉਲਟ ਹੋਵੇ। ਇਹਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਨੀ, 1984 ਦੀ ਗੱਲ ਕਰਨੀ, ਇਹ ਕੋਈ ਜੁਰਮ ਨਹੀਂ ਹੈਗਾ, ਤੇ ਅਸੀਂ ਜੀ। ਇਹੋ ਜਿਹੇ ਦਬਾਅ ਦੇ ਥੱਲੇ ਆ ਕੇ ਅਸੀਂ ਆਪਣੀ ਜ਼ਮਾਨਬੰਦੀ ਨਹੀਂ ਕਰਾਂਗੇ। ਤੁਹਾਨੂੰ ਲੱਗਦਾ ਜੀ, ਜੇ ਇਸ ਤਰ੍ਹਾਂ ਜਿਸ ਕਦਰ ਏਜੰਸੀਆਂ ਦੀ ਇਹ ਮੁਖਾਲਫਤ, ਇਹ ਦਖਲਅੰਦਾਜ਼ੀ ਕੈਨੇਡਾ ਵਰਗੇ ਆਜ਼ਾਦ ਮੁਲਕ ਦੇ ਵਿੱਚ ਵਧੀ ਹੋਈ ਹੈ, ਇਹਦਾ ਉਲਟਾ ਅਸਰ ਵੀ ਪੈ ਸਕਦਾ ਜੀ? ਨਹੀਂ, ਉਲਟਾ ਅਸਰ ਤਾਂ ਜੀ ਪੈਣਾ ਹੀ ਪੈਣਾ ਹੈ। ਜਦੋਂ ਤੁਸੀਂ ਇੱਕ ਮਾਈਨੋਰਿਟੀ ਨੂੰ ਤੁਸੀਂ ਇਸ ਤਰ੍ਹਾਂ ਚੁੱਪ ਕਰਾਉਂਦੇ ਹੋ, ਜ਼ਬਰਦਸਤੀ ਤੁਸੀਂ ਕਹਿੰਦੇ ਹੋ ਤੁਸੀਂ ਆਪਣੇ ਦੁਖਾਂਤ ਬਾਰੇ ਗੱਲ ਵੀ ਨਹੀਂ ਕਰ ਸਕਦੇ, ਇਹ ਤਾਂ ਇੱਕ ਡਬਲ ਵਿਕਟਮਾਈਜੇਸ਼ਨ ਹੁੰਦੀ ਹੈ। ਸੋ ਅਸੀਂ ਇਹੋ ਜਿਹੇ ਦਬਾਅ ਥੱਲੇ ਨਹੀਂ ਆਉਣ ਲੱਗੇ, ਤੇ ਅਸੀਂ ਇਸ ਤਰ੍ਹਾਂ ਹੀ ਚੱਲਾਂਗੇ ਜੀ। ਇਹਦੇ ਨਾਲ ਇੱਕ ਟੈਰੀ ਮਲੰਸਕੀ ਹੋਰਾਂ ਨੇ ਜੀ ਇੱਥੇ ਇੱਕ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਪੇਸ਼ ਕੀਤੀ ਜੀ, ਜਿਹਦੇ 'ਚ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਕਿ ਜਿਹੜੀਆਂ ਕੁਛ ਇਹੋ ਜਿਹੀਆਂ ਸ਼ਕਤੀਆਂ ਕੈਨੇਡਾ 'ਚ ਬੈਠੀਆਂ ਨੇ, ਪਾਕਿਸਤਾਨ ਦੇ ਇਸ਼ਾਰੇ 'ਤੇ ਕੰਮ ਕਰ ਰਹੀਆਂ ਨੇ ਅਤੇ ਭਾਰਤ ਨੂੰ ਖੇਰੂ ਕਰਨ ਦਾ ਯਤਨ ਕਰ ਰਹੀਆਂ ਨੇ। ਉਹਦੇ ਜਵਾਬ ਦੇ ਵਿੱਚ 54 ਸਕਾਲਰਸ ਨੇ ਰਿਸਪੌਂਸ ਕੀਤਾ। ਸਕਾਲਰਸ ਨੇ, ਵਿਦਵਾਨਾਂ ਨੇ ਲਿਖਤੀ ਜਵਾਬ ਦਿੱਤਾ। ਇੱਕ ਬੜੀ ਵੱਡੀ ਰਿਪੋਰਟ ਸਾਹਮਣੇ ਆਈ। ਉਸ ਰਿਪੋਰਟ 'ਤੇ ਤੁਸੀਂ ਵੀ ਝਾਤ ਮਾਰੀ ਹੋਏਗੀ, ਕਿਹੜੇ ਵਿਦਵਾਨ ਉਹਦੇ ਵਿੱਚ ਸ਼ਾਮਲ ਜਿਨ੍ਹਾਂ ਨੇ ਉਹਦੇ ਵਿੱਚ ਆਪਣੇ ਵਿਚਾਰ ਬਿਆਨ ਕੀਤੇ, ਅਤੇ ਤੁਸੀਂ ਉਸ ਰਿਪੋਰਟ ਨੂੰ ਕਿਵੇਂ ਦੇਖਿਆ ਜੀ? ਸੋ ਥੋੜੀ ਜਿਹੀ ਭੂਮਿਕਾ ਬੰਨ ਲਈਏ ਕਿ ਇਹ ਜਿਹੜੀ ਰਿਪੋਰਟ ਹੈਗੀ ਆ, ਇਹ ਲੋਰੀਏ ਇੰਸਟੀਚਿਊਟ, ਇੱਕ ਕੰਜ਼ਰਵੇਟਿਵ ਥਿੰਕ ਟੈਂਕ ਹੈਗਾ, ਉਹਨਾਂ ਨੇ ਛਾਪੀ ਸੀ। ਤੇ ਇਸ ਦਾ ਤਕਰੀਬਨ ਇਹੀ ਮਤਲਬ ਨਿਕਲਦਾ ਸੀ ਕਿ ਪਾਕਿਸਤਾਨ ਹੀ ਖਾਲਿਸਤਾਨ ਦੀ ਮੂਵਮੈਂਟ ਨੂੰ ਚਲਾ ਰਿਹਾ ਆ, ਤੇ ਜਿਹੜੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਉਹ ਪਾਕਿਸਤਾਨ ਦੇ ਚਲਾਏ ਹੋਏ ਚੱਲ ਰਹੇ ਨੇ। ਜੀ। ਤੇ ਉਸ ਰਿਪੋਰਟ ਦੀ ਭੂਮਿਕਾ ਜਿਹੜੀ ਸੀਗੀ, ਇੰਟਰੋਡਕਸ਼ਨ, ਉਹ ਉਜਲ ਦੋਸਾਂਝ ਤੇ ਸ਼ੁਭਲਾਈ ਮਜੁਮਦਾਰ ਇੱਕ ਫਾਰਮਰ ਕੰਜ਼ਰਵੇਟਿਵ ਸਟੈਫਰ ਹੈਗਾ ਆ, ਜੀ। ਤੇ ਉਜਲ ਦੋਸਾਂਝ ਅਸੀਂ ਸਾਰੇ ਜਾਣਦੇ ਹਾਂ। ਹੂੰ, ਹੂੰ। ਉਹਨਾਂ ਨੇ ਇੰਟਰੋਡਕਸ਼ਨ ਵਿੱਚ ਹੀ ਲਿਖ ਦਿੱਤਾ ਸੀ ਕਿ ਜਿਹੜੀ ਇਹ ਕਮੈਮੋਰੇਸ਼ਨ ਦੀ ਇੱਕ ਲਹਿਰ ਚੱਲ ਰਹੀ ਆ, ਇਹ ਜੋ ਰਿਮੈਂਬਰੈਂਸ ਦੀ ਇੱਕ ਲਹਿਰ ਹੈਗੀ ਆ, ਇਹ ਇੱਕ ਐਕਸਟ੍ਰੀਮਿਜ਼ਮ ਦਾ ਹੀ ਹਿੱਸਾ ਹੈਗਾ ਆ, ਤੇ ਪੋਲੀਟੀਸ਼ੀਅਨਸ ਨੂੰ ਵੀ ਫੂਲ ਕਰ ਰਹੇ ਨੇ ਕਿਉਂਕਿ ਚੱਲ ਰਹੇ ਨੇ ਪਾਕਿਸਤਾਨ ਦੇ ਕਹੇ ਤੇ। ਸੋ ਇਹ ਬੜੀ ਮਤਲਬ ਗਲਤ ਗੱਲ ਉਹਨਾਂ ਨੇ ਲਿਖੀ ਆ, ਤੇ ਟੈਰੀ ਮਲਾਉਸਕੀ ਵੀ ਆਪਾਂ ਕਹਿ ਨਹੀਂ ਸਕਦੇ ਕਿ ਉਹ ਇੱਕ ਨਿਊਟਰਲ ਇੱਕ ਰਿਪੋਰਟਰ ਹੈਗੇ ਨੇ, ਉਹ ਇੱਕ ਏਜੰਡਾ ਤਹਿਤ ਇਹ ਸਭ ਕੁਝ ਲਿਖਦੇ ਨੇ। ਜੀ। ਤੇ ਉਹਨਾਂ ਨੇ ਬਸ ਜੋ ਇੰਡੀਅਨ ਰੈਟਰਿਕ ਹੈਗਾ, ਜੋ ਇੰਡੀਅਨ ਪ੍ਰੋਪਾਗੈਂਡਾ ਹੈਗਾ ਹੈ ਕਿ ਖਾਲਿਸਤਾਨ ਇੱਕ ਪਾਕਿਸਤਾਨ ਦਾ ਇੱਕ ਅੰਗ ਹੈਗਾ ਆ, ਉਹ ਬਾਰ-ਬਾਰ ਉਹੀ ਰਿਪੀਟ ਕੀਤਾ, ਤੇ ਉਸ ਕੁੱਲ ਰਿਪੋਰਟ ਦੇ ਵਿੱਚ 17 ਰੈਫਰੈਂਸਸ ਮਿਲਦੇ। ਜੀ। 17 ਰੈਫਰੈਂਸਸ ਬਹੁਤ ਥੋੜੇ ਨੇ ਇੱਕ ਐਕੈਡੈਮਿਕ ਰਿਪੋਰਟ ਵਾਸਤੇ। ਹੂੰ, ਹੂੰ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹ ਬੜੀ ਇੱਕ ਰਿਡਿਕੂਲਸ ਇੱਕ ਰਿਪੋਰਟ ਸੀਗੀ, ਜੀ। ਤੇ ਇਸਦਾ ਜਿਹੜਾ ਖੰਡਨ ਸੀ ਉਹ ਇਹ 54 ਜਿਹੜੇ ਐਕੈਡੈਮਿਕ ਨੇ ਉਹਨਾਂ ਨੇ ਜੀ। ਕੀਤਾ। ਇਹਨਾਂ 53 ਐਕੈਡੈਮਿਕਸ ਦੇ ਉੱਪਰ ਵੀ ਇਲਜ਼ਾਮ ਲਗਾ ਦਿੱਤਾ ਗਿਆ ਜੀ। ਹੁਣ ਕੁਝ ਭਾਰਤੀ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਨੇ ਕਿ ਇਹਨਾਂ ਨੇ ਪਾਕਿਸਤਾਨ ਦੀ ਸੂਈਆ ਏਜੰਸੀ ISI ਦੇ ਇਸ਼ਾਰੇ 'ਤੇ ਇਹ ਰਿਪੋਰਟ ਤਿਆਰ ਕੀਤੀ ਜਾਂ ਜਵਾਬ ਦਿੱਤਾ ਜੀ। ਹਾਂਜੀ, ਜੋ ਇਹ ਜਵਾਬ ਦਿੱਤਾ, ਉਹ ਅੱਜ ਖਬਰ ਆਈ ਹੈ ਕਿ ISI ਦੇ ਕਹੇ ਤੇ ਉਹਨਾਂ ਨੇ ਇੱਕ ਰਿਸਪੌਂਸ ਦਿੱਤਾ ਹੈ। ਹੂੰ, ਹੂੰ। ਹੁਣ ਤੁਸੀਂ ਆਪ ਸੋਚੋ ਕਿ ਉਹਦੇ ਵਿੱਚ ਐਨ ਮਰਫੀ ਵੀ ਨੇ, ਪ੍ਰੋਫੈਸਰ ਪਿਸ਼ੌਰਾ ਸਿੰਘ ਵੀ ਨੇ, ਹੂੰ, ਹੂੰ। ਇਹਦੇ ਵਿੱਚ ਅਰਵਿੰਦ ਮੰਡੇਰ, ਹੋਰ ਕਈ ਸਕਾਲਰ, ਯੇਲ, ਆਕਸਫੋਰਡ, ਹਾਰਵਰਡ, ਇਹ ਸਾਰੇ ਸਕਾਲਰ ਜਿਹੜੇ ਨੇ ਇਹ ਪਾਕਿਸਤਾਨ ਦੇ ਚਲਾਏ ਹੋਏ ਚੱਲ ਰਹੇ ਨੇ। ਇਹ ਸੈਂਸ ਨਹੀਂ ਬਣਦੀ, ਤੇ ਇਹ ਇੱਕ ਵਾਂਸ ਅਗੇਨ ਇੰਡੀਅਨ ਪ੍ਰੋਪਾਗੈਂਡਾ ਮਸ਼ੀਨ ਦੀ ਇੱਕ ਆਪਾਂ ਚਾਲ ਹੀ ਕਹਿ ਸਕਦੇ ਹਾਂ ਜੀ। ਔਰ ਤੁਸੀਂ ਹੁਣ ਇਸ ਵੇਲੇ ਸਾਰੇ ਕੈਨੇਡਾ ਅਮਰੀਕਾ ਦੇ ਵਿੱਚ ਇਹ ਗੱਲਬਾਤ ਸਾਂਝੀ ਕਰ ਰਹੇ ਹੋ ਜੀ। ਕੈਨੇਡਾ ਦੇ ਨੌਜਵਾਨਾਂ ਨੂੰ ਜਿਹੜੇ ਇੱਥੇ ਆਪਣੀ ਪੜ੍ਹਾਈ ਕਰ ਰਹੇ ਨੇ ਤੇ ਵੱਖ-ਵੱਖ ਸ਼ੋਬਿਆਂ ਦੇ ਵਿੱਚ ਯਤਨਸ਼ੀਲ ਨੇ, ਉਹਨਾਂ ਨੂੰ ਕੀ ਸੁਨੇਹਾ ਜੀ WSO ਦੇ ਨਾਲ ਜੁੜਨ ਲਈ ਜਾਂ ਉਹਨਾਂ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦੇ ਲਈ ਤੁਸੀਂ ਯੂਥ ਨੂੰ ਕਿਵੇਂ ਆਪਣੇ ਨਾਲ ਜੋੜ ਰਹੇ ਹੋ? ਸੋ ਵਾਂਸ ਅਗੇਨ ਸਾਡੀ ਜਿਹੜੀ ਸੰਸਥਾ ਹੈਗੀ ਆ, ਇਹ ਯੂਥ ਦੀ ਹੀ ਇੱਕ ਹੁਣ ਸੰਸਥਾ ਬਣ ਚੁੱਕੀ ਆ। 80% ਜਿਹੜੇ ਸਾਡੇ ਮੈਂਬਰ ਹੈਗੇ ਨੇ ਇਸ ਟਾਈਮ ਤੇ ਬੋਰਡ ਦੇ, ਜੀ। ਉਹ 40 ਸਾਲ ਤੋਂ ਘੱਟ ਉਮਰ ਦੇ ਨੇ, ਤੇ ਉਹ ਹੈ ਇੱਥੇ ਦੀ ਜੰਮਪਲ। ਸੋ ਅਸੀਂ ਇਸ ਤਰ੍ਹਾਂ ਚੁੱਪ ਹੋਣ ਵਾਲੇ ਨਹੀਂ ਹੈਗੇ, ਅਸੀਂ ਡਰਨ ਵਾਲੇ ਨਹੀਂ ਹੈਗੇ ਕਿ ਤੁਸੀਂ ਸਾਨੂੰ ISI ਏਜੰਟ ਕਹਿ ਕੇ ਤੁਸੀਂ ਸਾਨੂੰ ਚੁੱਪ ਕਰਾ ਦਿਓਗੇ। ਤੇ ਜਿਹੜਾ ਰਿਸਪੌਂਸ ਆਨਲਾਈਨ ਆਇਆ,
ਤੇ ਜਿਹੜੀ ਇੱਕ ਖਬਰ ਇੰਡੀਅਨ ਪ੍ਰੋਪੇਗੈਂਡਾ ਵੱਲੋਂ ਲਾਈ ਗਈ ਹੈ ਨਾ, ਇਹ ISI ਵੱਲੋਂ ਇਹ ਸਾਰੇ ਜਵਾਬ ਆ ਰਹੇ ਨੇ, ਇਸ ਦਾ ਸਹੀ ਮਤਲਬ ਇਹੀ ਨਿਕਲਦਾ ਹੈ ਕਿ ਉਹ ਡਰ ਗਏ ਨੇ ਤੇ ਉਹ ਹੁਣ ਇਸ ਚੀਜ਼ ਤੋਂ ਹਿੱਲ ਗਏ ਨੇ। ਅਖੀਰ ਤੇ ਜੀ 2 ਮਿੰਟ ਨੇ, ਕੀ ਸੁਨੇਹਾ ਸਾਰੇ ਸੁਣਨ ਤੇ ਦੇਖਣ ਵਾਲਿਆਂ ਲਈ? ਬਸ ਮੈਂ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਸਾਡੇ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ, ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਜਾ ਸਕਦੇ ਹੋ, ਤੇ ਜਿਹੜੇ ਸਾਡੇ ਕੰਮ ਹੈਗੇ ਨੇ ਤੁਸੀਂ ਉੱਥੇ ਦੇਖ ਸਕਦੇ ਹੋ ਕਿੰਨਾ ਕੁ ਐਕਸਟ੍ਰੀਮਿਸਟ ਤੁਹਾਨੂੰ ਲੱਗਦਾ ਹੈ। ਤੇ ਵਾਂਸ ਅਗੇਨ ਖਾਲਿਸਤਾਨ ਦੀ ਜੀ ਕੋਈ ਗੱਲ ਕਰਦਾ ਹੈ ਨਾ, ਉਹਨੂੰ ਡਰਨਾ ਨਹੀਂ ਚਾਹੀਦਾ। ਖਾਲਿਸਤਾਨ ਕੋਈ ਗਲਤ ਲਫ਼ਜ਼ ਨਹੀਂ ਹੈਗਾ। ਇਹ ਸਾਡਾ ਹੱਕ ਬਣਦਾ ਕੈਨੇਡਾ ਦੇ ਵਿੱਚ, ਸਾਰੀ ਦੁਨੀਆ 'ਚ ਰਹਿੰਦਿਆਂ ਹੋਇਆਂ, ਕਿ ਅਸੀਂ ਖਾਲਿਸਤਾਨ ਬਾਰੇ ਗੱਲ ਕਰ ਸਕੀਏ, ਇਸ ਨੂੰ ਸਮਝੀਏ। ਕੋਈ ਹੱਕ ਦੇ ਵਿੱਚ ਹੋਵੇ, ਕੋਈ ਉਲਟ ਹੋਵੇ, ਉਹ ਆਪਣੀ ਨਿੱਜੀ ਇੱਕ ਗੱਲ ਹੈਗੀ ਆ, ਪਰ ਇਸ ਤੋਂ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ, ਤੇ ਸਾਨੂੰ ਕੋਈ ਚੁੱਪ ਵੀ ਨਹੀਂ ਕਰਾ ਸਕਦਾ। ਅਸੀਂ ਖੁੱਲ੍ਹ ਕੇ ਇਸ ਬਾਰੇ ਗੱਲ ਕਰਾਂਗੇ। ਬਹੁਤ ਸ਼ੁਕਰੀਆ ਬਲਪ੍ਰੀਤ ਸਿੰਘ ਜੀ, ਧੰਨਵਾਦ ਤੁਹਾਡਾ ਸਮਾਂ ਕੱਢਣ ਲਈ। ਧੰਨਵਾਦ। ਤੁਸੀਂ ਸਾਂਝਾ TV ਦੇਖ ਰਹੇ ਹੋ ਜੀ। WSO ਦੇ ਬੁਲਾਰੇ ਸਰਦਾਰ ਬਲਪ੍ਰੀਤ ਸਿੰਘ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਸਨ। ਦੋਸਤੋ, ਲਾਈਨਾਂ ਖੁੱਲ੍ਹੀਆਂ ਹੋਈਆਂ ਨੇ, ਸਕਰੀਨ ਤੇ ਨੰਬਰ ਆ ਰਹੇ ਨੇ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਬਿਲਕੁਲ ਜਿਸ ਤਰ੍ਹਾਂ ਸਰਦਾਰ ਬਲਪ੍ਰੀਤ ਸਿੰਘ ਜੀ ਕਹਿ ਕੇ ਗਏ ਨੇ, ਇੰਡੀਆ ਦੇ ਕੁਝ ਵਕੀਲਾਂ ਨਾਲ ਵੀ ਮੈਂ ਗੱਲਬਾਤ ਕੀਤੀ ਔਰ ਸੁਪਰੀਮ ਕੋਰਟ ਦਾ ਵੀ ਇੱਕ ਇਸ ਤਰ੍ਹਾਂ ਦਾ ਫੈਸਲਾ ਆ ਚੁੱਕਾ ਹੈ ਕਿ ਖਾਲਿਸਤਾਨ ਸ਼ਬਦ ਦੇ ਬੋਲਣ ਤੇ ਕੋਈ ਪਾਬੰਦੀ ਨਹੀਂ ਹੈ। ਜੇ ਕਿਤੇ ਕੋਈ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਦਾ, ਇਸਤੇਮਾਲ ਕਰਦਾ ਹੈ, ਤਾਂ ਉਹ ਕੋਈ ਜੁਰਮ ਨਹੀਂ ਹੈ। ਉਹ ਖਾਲਿਸਤਾਨ ਦੀ ਮੰਗ ਕਰਨਾ ਵੀ ਕੋਈ ਕਾਨੂੰਨ ਅਪਰਾਧ ਨਹੀਂ ਹੈ। ਖਾਲਿਸਤਾਨ ਦੀ ਮੰਗ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ। ਉਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਪਾਰਟੀ ਨੂੰ ਕਿੰਨਾ ਕੁ ਸਮਰਥਨ ਮਿਲ ਰਿਹਾ ਹੈ, ਪਰ ਇਹ ਆਪਣਾ ਇੱਕ ਹਰ ਇੱਕ ਪਾਰਟੀ ਦਾ ਏਜੰਡਾ ਹੁੰਦਾ, ਪਾਰਟੀ ਦੀ ਵਿਚਾਰਧਾਰਾ ਹੁੰਦੀ ਹੈ। ਹਰ ਇੱਕ ਨੂੰ ਵੱਖਰੀ ਵਿਚਾਰਧਾਰਾ ਨਾਲ ਪ੍ਰਣਾਏ ਰਹਿਣ ਦਾ ਪੂਰਾ ਹੱਕ ਹੈ। ਕੈਨੇਡਾ ਬੋਲਣ ਦੀ ਆਜ਼ਾਦੀ ਦੀ ਵਜ਼ਾਹਤ ਕਰਦਾ ਹੈ। ਕੈਨੇਡਾ ਦੇ ਵਿੱਚ ਵੱਖ-ਵੱਖ ਨਸਲਾਂ ਨੂੰ ਪ੍ਰਣਾਏ ਹੋਏ ਲੋਕ, ਵੱਖ-ਵੱਖ ਪਿਛੋਕੜ ਵਾਲੇ ਲੋਕ ਬੜੇ ਆਰਾਮ ਨਾਲ ਰਹਿੰਦੇ ਨੇ। ਇੱਥੇ ਵੱਖ-ਵੱਖ ਸ਼ੋਬਿਆਂ ਦੇ ਵਿੱਚ ਅਸੀਂ ਤਰੱਕੀਆਂ ਕੀਤੀਆਂ ਨੇ। ਅਸੀਂ ਇੱਥੇ ਬੈਠੇ ਕੈਨੇਡਾ, ਅਮਰੀਕਾ ਤੇ ਭਾਰਤ ਵਰਗੇ ਮੁਲਕਾਂ ਦੀ ਸੁੱਖ ਮੰਗਦੇ ਹਾਂ। ਕਿਸੇ ਵੀ ਮੁਲਕ ਨੂੰ ਸਾਡਾ ਤੋੜਨ ਦਾ ਕੋਈ ਇਰਾਦਾ ਨਹੀਂ ਹੈ। ਕੈਨੇਡੀਅਨ ਇੰਨੇ ਕੰਮਾਂ ਵਿੱਚ ਰੁੱਝੇ ਰਹਿੰਦੇ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਕਿਸੇ ਮੁਲਕ ਦੇ ਖਿਲਾਫ ਸਾਜ਼ਿਸ਼ਾਂ ਘੜਨ ਦੀ ਵੇਲ ਹੀ ਕਿੱਥੇ ਹੈ। ਔਰ ਉੱਪਰੋਂ ਮਹਾਮਾਰੀ ਚੱਲ ਰਹੀ ਹੈ ਕੈਨੇਡਾ ਦੇ। ਜੇ ਆਪਾਂ ਮਹਾਮਾਰੀ ਦੇ ਕਰੋਨਾ ਵਾਇਰਸ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 1,40,000 ਤੋਂ ਵਧੇਰੇ ਕੇਸ ਸਾਹਮਣੇ ਆ ਚੁੱਕੇ ਨੇ। 9200 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਕੁਬੈਕ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਨੇ। ਅੱਜ ਥੋੜ੍ਹੀ ਦੇਰ ਬਾਅਦ ਹੀ ਕੁਬੈਕ ਦੇ ਸਿਹਤ ਅਧਿਕਾਰੀ ਦੱਸ ਰਹੇ ਸਨ 499 ਨਵੇਂ ਕੇਸ ਕੁਬੈਕ ਸਾਹਮਣੇ ਆਏ ਨੇ। ਅਲਬਰਟਾ ਦਾ ਬੁਰਾ ਹਾਲ ਹੈ। BC ਦੇ ਵਿੱਚ ਪਿਛਲੇ 24 ਘੰਟਿਆਂ 'ਚ 122 ਨਵੇਂ ਕੇਸ ਸਾਹਮਣੇ ਆਏ ਨੇ। ਸਾਡੇ ਸੂਬੇ BC 'ਚ 200 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਨੇ। ਸਾਡੇ ਸ਼ਹਿਰ ਸਰੀ ਦੇ 4 ਸਕੂਲਾਂ ਦੇ ਵਿੱਚ ਕਰੋਨਾ ਵਾਇਰਸ ਫੈਲਣ ਦਾ ਪਤਾ ਲੱਗਿਆ। ਨਾਲ ਲੱਗਦੇ ਡੈਲਟਾ ਸ਼ਹਿਰ ਦੇ ਹਸਪਤਾਲ ਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ ਦਾ ਪਤਾ ਲੱਗਿਆ। ਕੁਛ 에ਅਰ ਇੰਡੀਆ ਦੀਆਂ ਜਿਹੜੀਆਂ ਉਡਾਨਾਂ ਦਿੱਲੀ ਤੋਂ ਵੈਨਕੂਵਰ ਆਈਆਂ ਨੇ ਸਤੰਬਰ ਮਹੀਨੇ, ਸਤੰਬਰ ਦੇ ਦੂਜੇ ਵੀਕ, ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਚੜ੍ਹਨ ਦਾ ਪਤਾ ਲੱਗਿਆ। ਸੋ ਤੁਸੀਂ ਆਪਣਾ ਖਿਆਲ ਰੱਖੋ। ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਦੇ ਟੈਸਟ ਕਰਾਉਣ ਦੇ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ ਨੇ। ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਵਧੇਰੇ ਫੈਲ ਰਿਹਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਓਨਟਾਰੀਓ ਦੇ ਪ੍ਰੀਮੀਅਰ ਡਾਗ ਫੋਰਡ ਨੇ ਸਖਤ ਕਦਮ ਚੁੱਕਣ ਦਾ ਵੀ ਐਲਾਨ ਕੀਤਾ ਹੈ। ਓਨਟਾਰੀਓ ਦੇ ਵਿੱਚ ਜਿੱਥੇ ਪਹਿਲਾਂ ਇਨਡੋਰ ਦੇ ਵਿੱਚ 50 ਵਿਅਕਤੀ ਇਕੱਠੇ ਹੋ ਸਕਦੇ ਸਨ, ਉਹ ਗਿਣਤੀ ਸਿਰਫ 10 ਵਿਅਕਤੀਆਂ ਤੱਕ ਸੀਮਤ ਕਰ ਦਿੱਤੀ ਗਈ ਹੈ। ਅੱਜ ਹੀ ਇਹ ਨਵੇਂ ਐਲਾਨ ਹੋਏ ਨੇ। ਓਨਟਾਰੀਓ ਦੇ ਵਿੱਚ ਟੋਰਾਂਟੋ, ਪੀਲ ਤੇ ਓਟਵਾ ਇਲਾਕਿਆਂ ਦੇ ਵਿੱਚ ਰੈਸਟੋਰੈਂਟਾਂ ਦੇ ਅੰਦਰ ਜਾਂ ਕਿਸੇ ਵੀ ਵੱਡੇ ਹਾਲ ਦੇ ਅੰਦਰ ਵੱਧ ਤੋਂ ਵੱਧ 10 ਵਿਅਕਤੀ ਹੀ ਇੱਕੋ ਵੇਲੇ ਇਕੱਠੇ ਹੋ ਸਕਣਗੇ। ਔਰ ਬਾਹਰ ਖੁੱਲ੍ਹੇ ਵਿੱਚ ਮੈਦਾਨਾਂ 'ਚ, ਬੀਚ ਤੇ, ਗਰਾਊਂਡਾਂ ਤੇ, ਪਾਰਕਾਂ ਦੇ ਵਿੱਚ 25 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਬਿਲਕੁਲ ਤਾਜ਼ਾ ਹੁਕਮ ਓਨਟਾਰੀਓ ਦੇ ਪੀਲ, ਟੋਰਾਂਟੋ ਤੇ ਓਟਵਾ ਇਲਾਕੇ ਲਈ ਜਾਰੀ ਕੀਤੇ ਗਏ ਨੇ। ਕਰੋਨਾ ਵਾਇਰਸ ਨਾਲ ਕਿਵੇਂ ਨਿਪਟਣਾ, ਸੂਬਾਈ, ਸਥਾਨਕ ਤੇ ਫੈਡਰਲ ਤਿੰਨੋਂ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਨੇ। ਫੈਡਰਲ ਸਰਕਾਰ ਨੇ ਸਾਰੇ ਸੂਬਿਆਂ ਨੂੰ ਮਿਲੀਅਨਸ ਡਾਲਰ ਦੇ ਫੰਡ ਅਲਾਟ ਕੀਤੇ ਨੇ। ਵੱਖ-ਵੱਖ ਸੂਬਿਆਂ 'ਚ ਸਕੂਲ ਦੁਬਾਰਾ ਖੁੱਲ੍ਹ ਗਏ ਨੇ। BC ਦੇ ਸਕੂਲਾਂ 'ਚ ਵਿਦਿਆਰਥੀ ਵਾਪਸ ਜਾ ਰਹੇ ਨੇ। ਕੁਛ ਘਰਾਂ 'ਚ ਰਹਿ ਕੇ ਵੀ ਪੜ੍ਹਾਈ ਕਰ ਰਹੇ ਨੇ। 4 ਸਕੂਲਾਂ ਦੇ ਵਿੱਚ ਕਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਨੇ। ਹੋਰ ਵੀ ਸਥਾਨਕ ਖਬਰਾਂ ਤੇ ਬਹੁਤ ਸਾਰੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝਾ TV ਤੋਂ ਸਾਂਝੀ ਕਰਦੇ ਰਹਾਂਗੇ।
ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਵਕਤ ਹੋ ਗਿਆ ਹੁਣ ਛੋਟੇ ਜਿਹੇ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਹੋਰ ਵੀ ਨਵੇਂ ਨਕੋਰ ਵਿਸ਼ੇ ਲੈ ਕੇ ਆਪਾਂ ਗੱਲਬਾਤ ਅੱਗੇ ਜਾਰੀ ਰੱਖਾਂਗੇ ਜੀ। ਸਾਂਝਾ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਗੁਰਬਾਜ ਸਿੰਘ ਬਰਾੜ ਵੱਲੋਂ ਇੱਕ ਵਾਰ ਫਿਰ ਸਵਾਗਤ ਹੈ। ਅੱਜ ਦਾ ਇਹ ਖਬਰਸਾਰ ਬਿਹਾਈਂਡ ਦਾ ਨਿਊਜ਼ ਪ੍ਰੋਗਰਾਮ ਸਿਰਫ ਮੇਰੇ ਵੱਲੋਂ ਹੀ ਪੇਸ਼ ਕੀਤਾ ਜਾ ਰਿਹਾ ਹੈ। ਬਲਜਿੰਦਰ ਕੌਰ ਦੀ ਛੁੱਟੀ ਤੇ ਗਏ ਹੋਏ ਨੇ, ਔਰ ਤੁਸੀਂ ਸਕਰੀਨ ਤੇ ਲਿਖੇ ਹੋਏ ਨੰਬਰਾਂ ਤੇ ਫੋਨ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਹੁਣੇ ਭਾਰਤੀ ਸਿਆਸਤ ਦੇ ਵਿੱਚ ਜੋ ਹਲਚਲ ਹੋਈ ਹੈ, ਖੇਤੀ ਆਰਡੀਨੈਂਸਾਂ ਖਿਲਾਫ ਕਿਸਾਨਾਂ ਦਾ ਰੋਹ ਸੜਕਾਂ ਤੇ ਉਤਰਿਆ ਹੋਇਆ ਹੈ। ਕਿਸਾਨਾਂ ਦੇ ਪ੍ਰਚੰਡ ਹੋਏ ਲੋਕ ਰੋਹ ਨੂੰ ਦੇਖਦਿਆਂ ਖੇਤੀਬਾੜੀ ਮੰਤਰੀ ਵੱਲੋਂ ਜਿਹੜੇ ਐਲਾਨ ਕੀਤੇ ਗਏ ਸਨ, ਜਾਂ ਖੇਤੀ ਆਰਡੀਨੈਂਸ ਬਾਰੇ ਜੋ ਬਿੱਲ ਲੋਕ ਸਭਾ ਵਿੱਚ ਲਿਆਂਦੇ ਗਏ ਸਨ, ਉਹਨਾਂ ਦਾ ਵਿਰੋਧ ਕਰਦਿਆਂ ਪੰਜਾਬ ਤੋਂ ਇੱਕੋ ਇੱਕ ਕੇਂਦਰੀ ਵਜ਼ਾਰਤ ਦੇ ਵਿੱਚ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਔਰ ਤੁਸੀਂ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਹੋ ਰਹੇ ਹੋ ਜੀ। ਲਾਈਨ ਨੰਬਰ 1 ਤੇ ਤੁਸੀਂ ਆਉਣੇ ਹੋ ਜੀ। ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਭੈਣ ਜੀ ਨਹੀਂ ਆਏ ਹੈਗੇ? ਬਲਜਿੰਦਰ ਭੈਣ ਜੀ ਨੂੰ ਅੱਜ ਜ਼ਰੂਰੀ ਕੰਮ ਪੈ ਗਿਆ ਜੀ। ਤੁਸੀਂ ਰੇਡੀਓ ਟੀਵੀ ਦੇਖ ਰਹੇ ਹੋ ਜੀ, ਤੇ ਆਪਣੇ ਵਿਚਾਰ ਰੱਖ ਸਕਦੇ ਹੋ ਜੀ। ਆਉਣ ਵਾਲੇ ਦਿਨਾਂ 'ਚ ਜ਼ਰੂਰ ਆਪਣੇ ਨਾਲ ਸਾਂਝ ਪਾਉਣਗੇ ਜੀ। ਥੈਂਕ ਯੂ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਆ। ਥੈਂਕ ਯੂ ਜੀ, ਸ਼ੁਕਰੀਆ ਤੁਹਾਡਾ ਜੀ। ਓਕੇ ਭਾਜੀ, ਧੰਨਵਾਦ ਜੀ। ਸਾਂਝਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਲਾਈਨਾਂ ਖੁੱਲੀਆਂ ਹੋਈਆਂ ਨੇ, ਤੁਸੀਂ ਸਕਰੀਨ ਤੇ ਨੰਬਰ ਪੜ੍ਹ ਕੇ ਫੋਨ ਕਰ ਸਕਦੇ ਹੋ ਤੇ ਸ਼ਾਮਲ ਹੋ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ। ਗੱਲਬਾਤ ਖੇਤੀ ਆਰਡੀਨੈਂਸਾਂ ਬਾਰੇ ਕੀਤੀ ਜਾ ਰਹੀ ਹੈ। 3 ਵੱਡੇ ਆਰਡੀਨੈਂਸ ਆਏ ਨੇ, ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਖੇਤੀ ਵਿਗਿਆਨੀਆਂ ਨੇ, ਅਰਥ ਸ਼ਾਸਤਰੀਆਂ ਨੇ, ਮਾਹਰਾਂ ਨੇ ਰੱਦ ਕਰ ਦਿੱਤਾ, ਜਿਹੜੇ ਕਿਸਾਨੀ ਦੇ ਹੱਕ 'ਚ ਨਹੀਂ ਸਗੋਂ ਉਹਦੇ ਵਿਰੋਧ 'ਚ ਭੁਗਤੇ ਦਿਖਾਏ ਗਏ ਨੇ। ਗੱਲ ਕੀਤੀ ਜਾ ਰਹੀ ਹੈ ਖੁੱਲ੍ਹੀਆਂ ਮੰਡੀਆਂ ਦੀ, ਕਿ ਪੰਜਾਬ ਦਾ ਕਿਸਾਨ ਕਿਸੇ ਵੀ ਦੂਜੇ ਸੂਬੇ 'ਚ ਜਾ ਕੇ ਕਿਤੇ ਵੀ ਆਪਣੀ ਜਿਣਸ ਵੇਚ ਸਕੇਗਾ। ਪਰ ਦੋਸਤੋ, ਨਿਗਾਹ ਮਾਰੋ ਆਪੋ ਆਪਣੇ ਪਿੰਡਾਂ ਦੇ ਵਿੱਚ, ਸਾਡੇ ਆਲੇ ਦੁਆਲੇ ਕਿੰਨੇ ਕੁ ਅਜਿਹੇ ਕਿਸਾਨ ਨੇ, ਕਿੰਨੀ ਕੁ ਉਹਨਾਂ ਦੇ ਵਿੱਚ ਪਰੋਖੋ ਹੈ, ਜਿਹੜੇ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਕਿਸੇ ਦੂਜੇ ਸੂਬੇ 'ਚ ਜਾ ਕੇ ਆਪਣੀਆਂ ਫਸਲਾਂ ਵੇਚ ਸਕਣਗੇ। ਸਾਨੂੰ ਤਾਂ ਆਪਣੇ ਪਿੰਡਾਂ ਦੀਆਂ ਮੰਡੀਆਂ ਹੀ ਚਾਹੀਦੀਆਂ ਨੇ। ਮੰਡੀਆਂ ਦੇ ਵੀ ਜਿਨ੍ਹਾਂ ਦੇ ਅਜੇ ਵੀ ਕਈ ਥਾਵਾਂ 'ਤੇ ਫੜ ਕੱਚੇ ਪਏ ਨੇ, ਉਹਨਾਂ ਨੂੰ ਪੱਕੇ ਕਰਾਉਣ ਦੀ ਲੋੜ ਹੈ। ਔਰ ਜਿਹੜੇ ਨਵੇਂ ਆਰਡੀਨੈਂਸ ਲਿਆਂਦੇ ਗਏ ਨੇ, ਜਿਹੜੇ ਪਾਰਲੀਮੈਂਟ ਦੇ ਵਿੱਚ ਬਿੱਲ ਪੇਸ਼ ਕੀਤੇ ਜਾ ਚੁੱਕੇ ਨੇ, ਉਹਨਾਂ ਨੇ ਇਹ ਸਾਰੇ ਮੰਡੀ ਸਿਸਟਮ ਦਾ ਭੋਗ ਪਾ ਦੇਣਾ ਹੈ। ਮੰਡੀ ਬੋਰਡਾਂ ਦੇ ਜਿਹੜੇ ਚੇਅਰਮੈਨ ਸੀ ਜਾਂ ਹੋਰ ਵੱਡੇ ਅਹੁਦੇ, ਉਹ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ। ਮਸਲਾ ਦੋਸਤੋ ਸਿਰਫ ਕਿਸਾਨੀ ਦਾ ਨਹੀਂ, ਜਾਂ ਸਿਰਫ ਕਿਸਾਨਾਂ ਦਾ ਨਹੀਂ, ਪਿੰਡ ਦੇ ਲੋਕਾਂ ਦਾ ਨਹੀਂ, ਮੰਡੀਆਂ ਵਿੱਚ ਕੰਮ ਕਰਦੇ ਪੱਲੇਦਾਰ, ਖੇਤੀਬਾੜੀ ਨਾਲ ਜੁੜੇ ਹੋਏ ਮਜ਼ਦੂਰ, ਇੱਥੋਂ ਤੱਕ ਕਿ ਆੜ੍ਹਤੀਏ ਵੀ, ਉਹਨਾਂ ਦੇ ਵੀ ਪੱਲੇ ਕੱਖ ਨਹੀਂ ਰਹਿਣਾ। ਔਰ ਮੈਂ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਗੱਲਬਾਤ ਕੀਤੀ, ਆੜ੍ਹਤੀਆਂ ਨੇ ਕਿਸਾਨਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਹੀ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਹੈ। ਸ਼ਾਇਦ ਉਹਨਾਂ ਨੂੰ ਇਹ ਹੁਣ ਤੋਂ ਹੀ ਡਰ ਸਤਾਉਣ ਲੱਗ ਪਿਆ ਕਿ ਖੁੱਲ੍ਹੀ ਮੰਡੀ ਦਾ ਜਿਹੜਾ ਸੰਕਲਪ ਲਿਆਂਦਾ ਜਾ ਰਿਹਾ ਹੈ, ਕਿਸਾਨ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ ਕਿ ਕਿਤੇ ਵੀ ਆਪਣੀ ਮਰਜ਼ੀ ਮੁਤਾਬਕ ਉਹ ਫਸਲ ਵੇਚ ਸਕਦਾ ਤੇ ਮਰਜ਼ੀ ਦਾ ਭਾਅ ਲੈ ਸਕਦਾ ਹੈ। ਕਿਹਾ ਇਹ ਜਾ ਰਿਹਾ ਕਿ ਕਿਸਾਨ ਨੂੰ ਇਹਦਾ ਫਾਇਦਾ ਮਿਲੇਗਾ, ਪਰ ਦੋਸਤੋ ਇਹ ਨਹੀਂ ਭੁੱਲਣਾ ਚਾਹੀਦਾ, MSP ਮਿਨੀਮਮ ਸਪੋਰਟ ਪ੍ਰਾਈਸ ਕੇਂਦਰ ਸਰਕਾਰ ਇਹ ਤੈਅ ਕਰਦੀ ਹੈ। ਖੇਤੀ ਲਾਗਤਾਂ ਬਾਰੇ ਇੱਕ ਕਮਿਸ਼ਨ ਬਣਿਆ ਹੋਇਆ ਹੈ। ਉਸ ਕਮਿਸ਼ਨ ਵੱਲੋਂ ਹਰ ਸਾਲ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਖੇਤੀ ਫਸਲਾਂ ਦੇ ਭਾਅ ਨਿਰਧਾਰਿਤ ਕੀਤੇ ਜਾਂਦੇ ਨੇ, ਜਿਹਦੇ 'ਚ ਲਾਗਤਾਂ ਗਿਣੀਆਂ ਜਾਂਦੀਆਂ ਨੇ। ਰੇਹਾਂ ਦਾ ਖਰਚਾ, ਸਪਰੇਹਾਂ ਦਾ ਖਰਚਾ, ਵਾਹੀ ਦਾ ਖਰਚਾ, ਗੁਡਾਈ ਦਾ ਖਰਚਾ, ਕਟਾਈ ਦਾ ਖਰਚਾ, ਤੇ ਮਜ਼ਦੂਰੀ ਜਿਹੜੀ ਖੇਤਾਂ 'ਚ, ਆਪਣੇ ਹੀ ਖੇਤਾਂ 'ਚ ਕਿਸਾਨਾਂ ਨੇ, ਮਜ਼ਦੂਰਾਂ ਨੇ ਹੱਥੀਂ ਕੰਮ ਕਰਨਾ ਹੁੰਦਾ ਹੈ, ਜਾਂ ਟਰੈਕਟਰ ਨਾਲ ਜ਼ਮੀਨ ਨੂੰ ਵਾਹੁਣਾ ਬੀਜਣਾ ਹੁੰਦਾ ਹੈ। ਉਹ ਸਾਰੇ ਖਰਚੇ ਜੋੜ ਕੇ ਫਿਰ ਉਹਦੇ ਵਿੱਚੋਂ ਇੱਕ ਲਾਹੇਵੰਦ ਭਾਅ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਘੱਟੋ ਘੱਟ 23 ਫਸਲਾਂ ਦੇ ਭਾਅ ਕੇਂਦਰ ਸਰਕਾਰ ਦੇ ਇਸ ਕਮਿਸ਼ਨ ਵੱਲੋਂ ਟੁੱਕੇ ਜਾਂਦੇ ਨੇ, ਪਰ ਹੁਣ ਤੱਕ ਸਿਰਫ ਕਣਕ ਅਤੇ ਦੂਜੀ ਫਸਲ ਝੋਨਾ, ਦੋਹਾਂ ਫਸਲਾਂ ਦੀ ਹੀ ਖਰੀਦ ਦੀ ਗਰੰਟੀ ਕੀਤੀ ਜਾਂਦੀ ਰਹੀ ਹੈ। ਦੋਹੇ ਫਸਲਾਂ ਮੰਡੀਆਂ 'ਚੋਂ ਦੇਰ ਸਵੇਰ ਫੈਡਰਲ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਉਹ ਚੁੱਕਦੀਆਂ ਰਹੀਆਂ ਨੇ,
ਔਰ ਦਾਣਾ ਦਾਣਾ ਚੁੱਕਿਆ ਜਾਂਦਾ ਰਿਹਾ। ਕਦੇ ਬਾਰਦਾਨੇ ਦੀ ਘਾਟ ਆ ਗਈ, ਕਦੇ ਕੋਈ ਸਮੱਸਿਆ ਆ ਗਈ, ਕਦੇ ਤਰਪਾਲਾਂ ਦੀ ਘਾਟ ਆ ਗਈ, ਕਦੇ ਟਰਾਂਸਪੋਰਟੇਸ਼ਨ ਦੀ ਵਿਵਸਥਾ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਆਈਆਂ। ਉਹ ਕਮੀਆਂ ਪੇਸ਼ੀਆਂ ਸਮੇਂ-ਸਮੇਂ ਤੇ ਆਉਂਦੀਆਂ ਰਹਿਣਗੀਆਂ, ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ। ਪਰ MSP ਹਰਗਿਜ਼ ਖਤਮ ਨਹੀਂ ਹੋਣੀ ਚਾਹੀਦੀ, ਕਿਉਂਕਿ ਇੱਕੋ ਇੱਕ ਇਹੀ ਕਿਸਾਨਾਂ ਦੇ ਲਈ ਇੱਕ ਚੰਗੀ ਗੱਲ ਸੀ ਕਿ ਜੇ ਮਾਰਕੀਟ ਦੇ ਵਿੱਚ ਕੋਈ ਉਤਰਾਅ ਚੜ੍ਹਾਅ ਆਉਂਦਾ ਹੈ, ਕੌਮਾਂਤਰੀ ਬਾਜ਼ਾਰ ਦੇ ਵਿੱਚ ਕੀਮਤਾਂ ਘਟਦੀਆਂ ਨੇ, ਤਾਂ ਕਿਸਾਨ ਨੂੰ ਘੱਟੋ ਘੱਟ ਤੈਅਸ਼ੁਦਾ ਭਾਅ ਤਾਂ ਆਪਣੀ ਜਿਨਸ ਦਾ ਮਿਲੇਗਾ ਹੀ ਮਿਲੇਗਾ। ਔਰ ਇਸੇ ਗੱਲ ਕਰਕੇ ਹੀ ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਜਿਹੜੀਆਂ ਫਸਲਾਂ ਝੋਨਾ ਤੇ ਕਣਕ ਇਸ ਚੱਕਰ ਦੇ ਵਿੱਚ ਰੁੱਝੇ ਆ ਰਹੇ ਸੀਗੇ, ਕਿਉਂਕਿ ਦੂਜੀਆਂ ਫਸਲਾਂ ਦੀ ਮਾਰਕੀਟਿੰਗ ਦੇ ਕੋਈ ਪੁਖਤਾ ਪ੍ਰਬੰਧ ਨਹੀਂ। ਲੰਮਾ ਸਮਾਂ ਕਿਸਾਨਾਂ ਨੇ ਸੂਰਜਮੁਖੀ ਬੀਜ ਕੇ ਦੇਖੀ, ਕਿਸਾਨਾਂ ਨੇ ਆਪਣੇ ਖੇਤਾਂ 'ਚ ਗੰਨੇ ਦੀ ਕਾਸ਼ਤ ਕੀਤੀ। ਅਜੇ ਤੱਕ ਹਜ਼ਾਰਾਂ ਕਿਸਾਨਾਂ ਦੇ ਗੰਨੇ ਦੇ ਬਕਾਏ ਜਿਹੜੇ ਸਰਕਾਰਾਂ ਵੱਲ ਫਸੇ ਪਏ ਨੇ, ਖੜੇ ਨੇ। ਮੱਕੀ ਬੀਜੀ ਕਿਸਾਨਾਂ ਨੇ, ਪਰ ਜਦੋਂ ਛੱਲੀਆਂ ਪੱਕਣ ਤੇ ਆਈਆਂ ਉਹਦਾ ਭਾਅ ਨਾ ਮਿਲਿਆ। ਔਰ ਕਿਸਾਨਾਂ ਨੇ ਆਲੂ ਬੀਜੇ ਤਾਂ ਉਹ ਸੁਰਜੀਤ ਪਾਤਰ ਹੋਰਾਂ ਦੀ ਕਵਿਤਾ ਵਾਂਗ ਪੋਟੈਟੋ ਚਿਪਸ ਕਾਰਾਂ ਤੇ ਚੜੇ ਫਿਰਦੇ ਨੇ, ਤੇ ਆਹ ਦੇਖੋ ਆਲੂ ਸੜਕਾਂ ਤੇ ਰੁਲੇ ਫਿਰਦੇ ਨੇ। ਮਜਬੂਰੀ ਦੇ ਵਿੱਚ ਕਿਸਾਨਾਂ ਨੂੰ ਆਪਣੇ ਆਲੂ ਵੀ ਜਲੰਧਰ ਇਲਾਕੇ ਦੇ ਵਿੱਚ, ਮੋਗੇ ਦੇ ਇਲਾਕੇ ਦੇ ਵਿੱਚ ਸੜਕਾਂ ਤੇ ਸੁੱਟਣ ਲਈ ਮਜਬੂਰ ਹੋਣਾ ਪਿਆ ਸੀ। ਔਰ ਇਹ ਸਾਰੇ ਬਾਣ ਨੂੰ ਬੰਨੇ ਕਿਸ ਲਈ ਜਾ ਰਹੇ ਨੇ? ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਹੁਣ ਪੰਜਾਬ ਦੀ ਕਿਸਾਨੀ ਤੇ ਵੀ ਕਬਜ਼ਾ ਜਮਾਉਣਾ ਹੈ। ਅਡਾਨੀਆਂ ਦੇ ਕਬਜ਼ੇ ਹੇਠ ਪੰਜਾਬ ਦੇ ਖੇਤ ਆਉਣਗੇ। ਤੁਹਾਨੂੰ ਯਾਦ ਹੈ ਮਾਲ ਵਿੱਚ ਤੁਸੀਂ ਜੇ ਲੰਘੇ ਹੋ ਮੋਗੇ ਤੋਂ ਤਲਵੰਡੀ ਵਾਲੇ ਪਾਸੇ ਨੂੰ, ਮੋਗੇ ਦੇ ਨੇੜੇ ਡਗਰੂ ਦੇ ਕੋਲ ਵੱਡੇ ਜਿਹੜੇ ਗੋਦਾਮ ਬਣਾਏ ਗਏ ਨੇ, ਰੇਲਵੇ ਲਾਈਨ ਦੇ ਬਿਲਕੁਲ ਨਜ਼ਦੀਕ ਨੇ। ਉਹ ਰੇਲਵੇ ਲਾਈਨ ਤੋਂ ਉੱਥੋਂ ਕਿਧਰੋਂ ਵੀ ਫਸਲ ਲਿਜਾਈ ਜਾ ਸਕਦੀ ਹੈ, ਮਹਾਰਾਸ਼ਟਰ ਤੱਕ ਤੇ ਹੋਰਨਾਂ ਸੂਬਿਆਂ ਤੱਕ, ਦਿੱਲੀ ਦੱਖਣ ਤੱਕ ਤੁਸੀਂ ਫਸਲ ਲਿਜਾ ਸਕਦੇ ਹੋ। ਉਹ ਕਿਹਨਾਂ ਦੇ ਨੇ? ਉਹ ਆਮ ਕਿਸਾਨਾਂ ਦੇ ਨਹੀਂ ਹੈ, ਉਹ ਵੱਡੇ ਇਹਨਾਂ ਅਡਾਨੀਆਂ ਵਰਗਿਆਂ ਦੇ ਨੇ, ਘਰਾਣਿਆਂ ਦੇ ਨੇ, ਜਿਹੜੇ ਕਿਸਾਨਾਂ ਦੀਆਂ ਫਸਲਾਂ ਥੋਕ 'ਚ ਖਰੀਦਣਗੇ, ਆਪਣੀ ਮਰਜ਼ੀ ਦੇ ਭਾਅ ਤੇ ਖਰੀਦਣਗੇ। ਮਜਬੂਰੀ 'ਚ ਕਿਸਾਨ ਨੂੰ ਉਹ ਫਸਲ ਉਹਨਾਂ ਕੋਲ ਵੇਚਣੀ ਪੈਗੀ। ਉੱਥੋਂ ਫਿਰ ਜਲੰਧਰ ਤੋਂ ਮੋਗੇ ਆਲੂ ਵੀ ਲਿਆਂਦੇ ਜਾ ਸਕਣਗੇ, ਤੇ ਬਠਿੰਡੇ ਤੋਂ ਕਪਾਹ ਵੀ ਲਿਆਂਦੀ ਜਾ ਸਕੇਗੀ, ਤੇ ਹੋਰ ਫਸਲਾਂ ਵੀ। ਇਹ ਮਾਲ ਗੱਡੀਆਂ ਦੀਆਂ ਬੋਗੀਆਂ ਭਰ ਕੇ ਲੋੜੀਂਦੇ ਇਲਾਕਿਆਂ ਤੱਕ ਪਹੁੰਚਾਈਆਂ ਜਾਣਗੀਆਂ। ਸ਼ੁਰੂ ਦੇ ਵਿੱਚ ਹੋ ਸਕਦਾ ਕਿਸਾਨਾਂ ਨੂੰ ਆਮ ਨਾਲੋਂ ਜ਼ਿਆਦਾ ਭਾਅ ਦੇ ਦਿੱਤੇ ਜਾਣ, ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਨੇ ਵੀ ਲੋਕ ਸਭਾ ਦੇ ਵਿੱਚ ਇਹ ਖਦਸ਼ਾ ਪ੍ਰਗਟਾਇਆ ਕਿ ਜਿਸ ਤਰ੍ਹਾਂ ਭਾਰਤ ਦੇ ਵਿੱਚ ਜੀਓ ਨੇ ਟੈਲੀਫੋਨ ਦੀਆਂ ਦਰਾਂ ਬਹੁਤ ਸਸਤੀਆਂ ਕੀਤੀਆਂ, ਡਾਟਾ ਮੁਫਤ ਵਾਂਗ ਦੇਣਾ ਸ਼ੁਰੂ ਕਰਤਾ, ਘਰ ਘਰ ਜੀਓ ਦਾ ਸਿਮ ਪਹੁੰਚ ਗਿਆ। ਨੌਜਵਾਨ ਇੱਕ ਚਾਰਟ ਤੇ ਲੱਗ ਗਏ, ਉਹਨਾਂ ਨੂੰ ਲੱਗਿਆ ਕਿ ਮੁਫਤ ਦੇ ਵਿੱਚ ਅਨਲਿਮਟਿਡ ਡਾਟਾ ਮਿਲ ਰਿਹਾ, ਇਹ ਫੋਨ ਲੈ ਲਓ, ਇਹ ਨੈਟਵਰਕ ਲੈ ਲਓ। ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਸਾਰੀਆਂ ਕੰਪਨੀਆਂ ਨੂੰ ਮੁਕਾਬਲੇ ਤੋਂ ਬਾਹਰ ਕੱਢ ਦਿੱਤਾ, ਉਹਨਾਂ ਦੇ ਮੁਕਾਬਲੇ 'ਚ ਕੋਈ ਵੀ ਖੜਾ ਨਹੀਂ ਰਹਿ ਗਿਆ, ਤਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਭਾਅ ਵਸੂਲਣੇ ਸ਼ੁਰੂ ਕਰ ਦਿੱਤੇ। ਹੁਣ ਮਰਜ਼ੀ ਦੀਆਂ ਦਰਾਂ ਤੇ ਜਿਹੜਾ ਸਾਰਾ ਕੁਝ ਦਿੱਤਾ ਜਾ ਰਿਹਾ, ਤੇ ਜੀਓ ਦੀ ਇਜਾਰੇਦਾਰੀ ਕਾਇਮ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਕਿਸਾਨਾਂ ਨਾਲ ਵੀ ਹੋਣ ਜਾ ਰਿਹਾ ਹੈ। ਸ਼ੁਰੂ ਦੇ ਵਿੱਚ ਕਿਸਾਨਾਂ ਨੂੰ ਲਾਲਚ ਦੇ ਕੇ ਉਹਨਾਂ ਤੋਂ ਖੇਤ ਉਹਨਾਂ ਦੇ ਠੇਕੇ ਤੇ ਲੀਜ਼ ਤੇ ਲੈ ਲਏ ਜਾਣਗੇ, ਤੇ ਫਿਰ ਉੱਥੇ ਆਪਣੀ ਮਰਜ਼ੀ ਦੀਆਂ ਫਸਲਾਂ ਬੀਜਣਗੇ, ਮਰਜ਼ੀ ਦੇ ਭਾਅ ਉਹਨਾਂ ਦੇ ਹਾਸਲ ਕਰਨਗੇ। ਕਿਸਾਨ ਨੂੰ ਆਪਣੇ ਹੀ ਖੇਤਾਂ ਦੇ ਵਿੱਚ ਮਜ਼ਦੂਰਾਂ ਵਾਂਗ ਕੰਮ ਕਰਨਾ ਪਏਗਾ, ਦਿਹਾੜੀ ਤੇ ਕੰਮ ਕਰਨਾ ਪਏਗਾ। ਅੱਜ ਕਿਸਾਨ ਸਵੇਰੇ ਉੱਠ ਕੇ ਖੇਤਾਂ 'ਚ ਗੇੜਾ ਮਾਰਨ ਜਾਂਦਾ ਹੈ, ਉਹਨੂੰ ਇੱਕ ਅਣਖ ਹੁੰਦੀ ਹੈ ਕਿ ਮੈਂ ਆਪਣੇ ਖੇਤਾਂ ਵੱਲ ਜਾ ਰਿਹਾ, ਆਪਣੀ ਮਿੱਟੀ 'ਚ ਆਪ ਕੰਮ ਕਰ ਰਿਹਾ, ਆਪਣੇ ਖੇਤਾਂ ਦੀ ਸਿੰਚਾਈ ਕਰ ਰਿਹਾ, ਟਰੈਕਟਰ ਨਾਲ ਹਲ ਵਾਹ ਰਿਹਾ, ਤਵੀਆਂ ਮਾਰ ਰਿਹਾ, ਕਲਟੀਵੇਟਰ ਫੇਰ ਰਿਹਾ, ਸੁਹਾਗਾ ਫੇਰ ਰਿਹਾ, ਫਸਲਾਂ ਬੀਜ। ਰੋਜ਼ਾਨਾ ਉਹ ਕਣਕ ਦੀ ਫਸਲ ਨੂੰ ਗਿੱਠ ਤੇ ਫਿਰ ਗੋਡੇ ਤੇ ਸਿੱਟਿਆਂ ਤੱਕ ਪਹੁੰਚਦੀ ਦੇਖ ਕੇ ਖੁਸ਼ ਹੁੰਦਾ। ਜਦੋਂ ਕਣਕ ਦੀਆਂ ਬੱਲੀਆਂ ਆਪਣਾ ਰੰਗ ਵਟਾਉਂਦੀਆਂ ਨੇ, ਤੇ ਕਿਸਾਨ ਦੇ ਚਿਹਰੇ ਦਾ ਰੰਗ ਵੀ ਫਿਰ ਖਿੜਦਾ ਹੈ। ਝੱਖੜ ਵਾਓ ਵਰੋਲਿਆਂ ਘਰ ਆਏ ਤਾਂ ਜਾਣ, ਧਨੀ ਰਾਮ ਚਾਤਰਕ ਹੋਰਾਂ ਨੇ ਕਿਹਾ ਸੀ। ਪਰ ਫਸਲਾਂ ਦੀ ਜਿਹੜੀ ਕਿਸਮਤ ਆ, ਉਹ ਕਿਸਾਨ ਦੀ ਕਿਸਮਤ ਦੇ ਨਾਲ ਜੁੜੀ ਹੋਈ ਹੈ। ਦੱਬ ਕੇ ਵਾਹ ਤੇ ਰੱਜ ਕੇ ਖਾਹ ਵਾਲੇ ਅਖਾਣ ਪੁਰਾਣੇ ਹੋ ਗਏ, ਹੁਣ ਚੱਲਦਾ ਅਕਲ ਨਾਲ ਵਾਹ ਤੇ ਰੱਜ ਕੇ ਖਾ। ਸੋ ਦੋਸਤੋ, ਇਹ ਜਿਹੜੇ ਆਰਡੀਨੈਂਸ ਨੇ ਇਹ ਕਿਸਾਨਾਂ ਦੇ ਵਿਰੋਧ ਵਿੱਚ ਨੇ। ਇਹਨਾਂ ਆਰਡੀਨੈਂਸਾਂ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਰੌਲਾ ਪਿਆ ਹੋਇਆ ਹੈ। ਇਕੱਲੇ ਪੰਜਾਬ ਦੀ ਨਹੀਂ, ਬਲਕਿ ਹਰਿਆਣੇ ਦੇ ਕਿਸਾਨ ਮਜ਼ਦੂਰ ਤੇ ਪੰਜਾਬ ਦੇ ਆੜ੍ਹਤੀਏ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਕਿਉਂਕਿ ਇਹ ਅੰਦੋਲਨ ਹੁਣ ਇਸ ਕਰਕੇ ਜ਼ਿਆਦਾ ਭਖ ਗਿਆ। ਆੜ੍ਹਤੀਆਂ ਨੂੰ ਵੀ ਕਮਿਸ਼ਨ ਮਿਲਦਾ ਹੈ, ਆਪਾਂ ਆੜ੍ਹਤੀਆਂ ਨੂੰ ਕਮਿਸ਼ਨ ਏਜੰਟ ਕਹਿੰਦੇ ਹਾਂ। ਜਦੋਂ ਵੀ ਹਰਤੇ ਕਰਤੇ ਜ਼ਿਮੀਂਦਾਰਾਂ ਨੂੰ ਆਪਣੇ ਖੇਤਾਂ ਲਈ ਕੋਈ ਲੋੜ ਪੈਂਦੀ ਹੈ, ਰੇਹ ਸਪਰੇਅ ਦੀ, ਡੀਜ਼ਲ ਦੇ ਡਰਮ ਭਰਾਉਣੇ ਆ, ਜਾਂ ਹੋਰ ਵੀ ਕੋਈ ਵਿਆਹ ਸ਼ਾਦੀ, ਕੋਈ ਮੰਗਣਾ, ਜਨਮ ਦਿਨ ਦੀ ਬੱਚੇ ਦੀ ਪਾਰਟੀ ਕਰਨੀ, ਛਟੀ ਕਰਨੀ ਆ,
ਤਾਂ ਫਟ ਉਹ ਮੋਟਰਸਾਈਕਲ ਚੱਕ ਕੇ ਜਾਂ ਆਪਣੀ ਕਾਰ ਤੇ ਆੜ੍ਹਤੀ ਕੋਲ ਜਾਂਦਾ ਹੈ। ਆੜ੍ਹਤੀ ਕੋਲੋਂ ਉਹਨੂੰ ਦੇਰ ਸਵੇਰ ਹਨੇਰੇ ਸਵੇਰੇ ਪੈਸੇ ਮਿਲਦੇ ਰਹੇ ਨੇ, ਭਾਵੇਂ ਉਹ ਉਹਦਾ ਵਿਆਜ ਵੀ ਲੈਂਦਾ ਰਿਹਾ। ਤਾਂ ਬਦਲੇ 'ਚ ਜ਼ਿਮੀਂਦਾਰ ਨੇ ਆੜ੍ਹਤੀ ਕੋਲ ਮੰਡੀ 'ਚ ਆਪਣੀ ਫਸਲ ਢੇਰੀ ਕਰਨੀ ਹੁੰਦੀ ਜਾ ਕੇ। ਹਰ 6 ਮਹੀਨੇ ਬਾਅਦ ਫਸਲ ਆਉਂਦੀ ਹੈ, ਆੜ੍ਹਤੀ ਨਾਲ ਹਿਸਾਬ ਕਿਤਾਬ ਹੁੰਦਾ। ਆੜ੍ਹਤੀਆ ਆਪਣੇ ਪੈਸੇ ਕੱਟ ਕੇ ਜੇ ਕੋਈ ਬਚਤ ਹੋ ਗਈ ਕਿਸਾਨ ਨੂੰ ਤਾਂ ਉਹ ਪੈਸੇ ਉਹਨੂੰ ਵਾਪਸ ਮੋੜ ਦਿੰਦਾ ਰਿਹਾ, ਨਹੀਂ ਤਾਂ ਕਈ ਵਾਰੀ ਉਲਟੇ ਕਿਸਾਨ ਵੱਲ ਹੀ ਹੋਰ ਦੇਣੇ ਨਿਕਲੇ ਆਉਂਦੇ ਸੀ, ਕਿਉਂਕਿ ਵਿਆਜ ਦੀ ਦਰ ਆੜ੍ਹਤੀ ਦੀ ਕਾਫੀ ਉੱਚੀ ਰਹੀ ਹੈ। ਪਰ ਨਵੇਂ ਸਿਸਟਮ ਨੇ ਆੜ੍ਹਤੀਆ ਸਿਸਟਮ ਦਾ ਵੀ ਭੋਗ ਪਾ ਦੇਣਾ ਹੈ, ਮੰਡੀਆਂ ਦਾ ਭੋਗ ਪਾ ਦੇਣਾ ਹੈ। ਹੁਣ ਮੰਡੀਆਂ ਜਿਹੜੀਆਂ ਮਾਰਕੀਟ ਕਮੇਟੀ ਹੈ ਜਿਹਦੇ ਤਹਿਤ ਇਹ ਮੰਡੀ ਬੋਰਡ ਚੱਲਦਾ ਹੈ, ਮੰਡੀ ਬੋਰਡ ਦਾ ਇੱਕ ਆਪਣਾ ਚੇਅਰਮੈਨ ਹੁੰਦਾ ਹੈ। ਹਰੇਕ ਪਿੰਡ ਕਸਬੇ ਢਾਣੀਆਂ ਤੱਕ ਮੰਡੀ ਬੋਰਡ ਨੇ ਸੜਕਾਂ ਬਣਾਈਆਂ ਨੇ, ਨਾ ਸਿਰਫ ਬਣਾਈਆਂ ਨੇ, ਉਹਨਾਂ ਦੀ ਟੁੱਟ ਭੱਜ ਦੀ ਮੁਰੰਮਤ ਵੀ ਕਰਵਾਈ ਹੈ। ਕਿਤੇ ਸੜਕ 'ਚ ਟੋਏ ਪੈ ਗਏ, ਖੱਡੇ ਪੈ ਗਏ, ਤਾਂ ਉੱਥੇ ਮੰਡੀ ਬੋਰਡ ਨੇ ਜਿਹੜੀਆਂ ਸੜਕਾਂ ਬਣਾਈਆਂ ਸਮੇਂ-ਸਮੇਂ 'ਤੇ ਉਹਨਾਂ ਦੀ ਮੁਰੰਮਤ ਵੀ ਮੰਡੀ ਬੋਰਡ ਵੱਲੋਂ ਕਰਵਾਈ ਜਾਂਦੀ ਰਹੀ। ਕੱਚੇ ਫੜ ਪੱਕੇ ਕਰਵਾਏ, ਕਿਸਾਨਾਂ ਲਈ ਸਿਰ ਲੁਕਾਉਣ ਦੇ ਲਈ, ਬਾਰਿਸ਼ ਦੇ ਵਿੱਚ ਮੀਂਹ ਤੋਂ ਬਚਣ ਲਈ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ। ਉੱਥੇ ਪਾਣੀ ਵਗੈਰਾ ਉਹਨਾਂ ਦੇ ਪੀਣ ਲਈ ਗਰਮੀਆਂ ਚਾਹੀਦਾ ਹੁੰਦਾ। ਇਹ ਸਾਰਾ ਸਿਸਟਮ ਖੁਰਦ-ਬੁਰਦ ਹੋ ਕੇ ਰਹਿ ਜਾਏਗਾ। ਖੁੱਲੀ ਮੰਡੀ ਦਾ ਸੰਕਲਪ ਕਿਸਾਨਾਂ ਨੂੰ ਲੈ ਡੁੱਬੇਗਾ। ਤੁਸੀਂ ਇਸ 'ਤੇ ਕਿਵੇਂ ਦੇਖਦੇ ਹੋ? ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਛੱਡਣ ਦਾ ਐਲਾਨ ਕਰ ਦਿੱਤਾ ਹੈ, ਉਹਨਾਂ ਦਾ ਅਸਤੀਫਾ ਆ ਗਿਆ ਹੈ। ਹੁਣੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਇਹ ਕਹਿ ਚੁੱਕੇ ਨੇ ਕਿ ਸਾਡੀ ਸੁਣੀ ਨਹੀਂ ਗਈ, ਅਸੀਂ ਬਥੇਰਾ ਰੌਲਾ ਪਾਇਆ। ਜਦੋਂ ਇਹ ਸਾਰੇ ਕੈਬਨਿਟ ਦੇ ਜਿਹੜੇ ਮੀਟਿੰਗ ਦੇ ਵਿੱਚ ਇਹ ਡਰਾਫਟ ਵਿਚਾਰੇ ਜਾਣੇ ਸਨ, ਉਦੋਂ ਵੀ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਦੀ ਉਸ ਮੀਟਿੰਗ ਦੇ ਵਿੱਚ ਬੈਠੇ ਹੋਏ ਸਨ। ਉਹਨਾਂ ਨੇ ਉਦੋਂ ਕਿੰਨਾ ਕੁ ਵਿਰੋਧ ਜਤਾਇਆ, ਇਸ ਬਾਰੇ ਅਕਾਲੀ ਦਲ ਵੱਲੋਂ ਹੁਣ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਇਤਰਾਜ਼ ਲਗਾਏ ਸੀ ਪਰ ਸਾਡੀ ਸੁਣੀ ਨਹੀਂ ਗਈ। ਇਹਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਸੱਚਮੁੱਚ ਸੁਖਬੀਰ ਬਾਦਲ ਜੀ ਸਹੀ ਕਹਿ ਰਹੇ ਨੇ? ਇਹ ਗੱਲ ਕਿਸੇ ਹੱਦ ਤੱਕ ਆਪਾਂ ਸਹੀ ਕਹਿ ਸਕਦੇ ਹਾਂ, ਕਿਉਂਕਿ ਭਾਜਪਾ ਤੇ ਅਕਾਲੀ ਦਲ ਦੀ ਆਪਸ ਦੇ ਵਿੱਚ ਭਾਈਵਾਲੀ ਹੈ। ਇਸੇ ਭਾਈਵਾਲੀ ਤਹਿਤ ਦੀ ਸੈਂਟਰ ਦੇ ਵਿੱਚ ਇੱਕ ਵਜ਼ੀਰੀ ਅਕਾਲੀ ਦਲ ਨੂੰ ਮਿਲੀ ਹੋਈ ਹੈ, ਉਹ ਬਾਦਲ ਪਰਿਵਾਰ ਨੂੰ ਮਿਲੀ ਹੋਈ ਹੈ। ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਨੇ, ਭਾਵੇਂ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਹਨਾਂ ਨੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਔਰ ਇਸ ਅਸਤੀਫੇ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ MLA ਕੁਲਜੀਤ ਸਿੰਘ ਨਾਗਰਾ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕੁਲਜੀਤ ਸਿੰਘ ਨਾਗਰਾ ਦੇ ਅਸਤੀਫੇ ਮਗਰੋਂ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਹੋਈ ਹੈ। ਕੁਝ ਦਿਨ ਪਹਿਲਾਂ ਹੀ ਅਸੀਂ ਜਗਮੀਤ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਸੀ, ਉਹਨਾਂ ਨੇ ਵੀ ਕਿਹਾ ਸੀ ਕਿ ਅਕਾਲੀ ਦਲ ਆਪਣੇ ਸਟੈਂਡ ਤੋਂ ਥਿੜਕੇਗਾ ਨਹੀਂ, ਕਿਉਂਕਿ ਜਗਮੀਤ ਸਿੰਘ ਬਰਾੜ ਅੱਜ ਕੱਲ੍ਹ ਅਕਾਲੀ ਦਲ ਵਿੱਚ ਨੇ। ਤੁਸੀਂ ਸਾਡੇ ਨਾਲ ਜੁੜ ਰਹੇ ਹੋ, ਸਾਡੇ ਨਾਲ ਕਾਲਰ ਜੁੜ ਰਹੇ ਨੇ, ਸਵਾਗਤ ਹੈ ਜੀ ਤੁਹਾਡਾ, ਜੀ ਆਇਆਂ ਨੂੰ। ਹਾਂਜੀ ਬਰਾੜ ਸਾਹਿਬ, ਦੇਖੋ ਗੱਲ ਪਤਾ ਕੀ ਆ ਜੀ, ਇਹ ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਨਾ, ਇਹ ਗਰੀਬ ਕਿਸਾਨਾਂ ਦੀ ਮਾਂ ਸੀਗੀ। ਬਿਲਕੁਲ ਜੀ। ਇਹਨੂੰ ਜੱਟਾਂ ਨੇ ਲੁੱਟਿਆ। ਇਹਦੇ ਵਿੱਚ ਨਾ ਜਿਹੜਾ ਵੱਡਾ ਅਫਸਰ ਆ ਉਹ ਪੰਜਾਬ ਦਾ ਲੱਗਦਾ ਸੀਗਾ ਜੀ, ਤੇ ਪੰਜਾਬ ਦੇ ਜਿੰਨੇ ਚੀਫ ਮਿਨਿਸਟਰ ਰਹੇ ਜੱਟ ਰਹੇ ਆ ਜੀ। ਤੇ ਉਹ ਅਫਸਰ ਨੂੰ ਪਤਾ ਕੀ ਕਹਿੰਦੇ ਸੀ ਵੀ ਤੈਂ ਇੰਨੇ 100 ਕਰੋੜ ਬਣਾਉਣਾ ਤੇ ਮੈਨੂੰ ਇੰਨਾ 100 ਕਰੋੜ ਦੇਣਾ ਜੀ। ਤੇ ਨੰਬਰ 2, ਜਿੰਨੀਆਂ ਟਰੱਕ ਯੂਨੀਅਨ ਸਾਰੀਆਂ ਜੱਟਾਂ ਦੀਆਂ, ਜਦੋਂ FCI ਦਾ ਲੈ ਕੇ ਜਾਣੀਆਂ ਨਾ ਮੰਡੀ 'ਚ ਬੋਰੀਆਂ, ਤੇ ਰਾਹ ਦੇ ਵਿੱਚ ਬੋਰੀਆਂ ਲਾ ਲੈਣੀਆਂ ਕਣਕ ਦੀਆਂ ਤੇ ਉੱਥੇ ਮਿੱਟੀ ਵਾਲੀਆਂ ਰੱਖ ਦੇਣੀਆਂ। ਤੇ ਤੀਜੇ ਨੰਬਰ ਤੇ ਤੁਹਾਨੂੰ ਹੋਰ ਦੱਸਦਾ ਜੱਟਾਂ ਦੀ ਕਰਤੂਤ, ਬਈ ਜਿੰਨੇ ਉੱਥੇ ਸ਼ੈਲਰ ਆ ਨਾ ਉਹ ਸਾਰੇ ਜੱਟਾਂ ਦੇ ਆ। ਨਹੀਂ, ਅਜਿਹਾ ਨਹੀਂ ਹੈ ਜੀ, ਬਿਲਕੁਲ। ਜਲਾਲਾਬਾਦ ਹਲਕੇ 'ਚ ਜੋਸ਼ਨ ਵੀ ਨੇ, ਹੋਰ ਕਈਆਂ ਦੇ ਸੈਲਰ ਨੇ, ਇਹ ਨਹੀਂ ਕਹਿ ਸਕਦੇ ਆਪਾਂ ਕਿ ਸਾਰਾ ਕੁਝ ਨਹੀਂ। ਉਹ ਹਿੱਸੇ ਜੱਟਾਂ ਦੇ, ਕਿਸਾਨ ਯੂਨੀਅਨ ਦੇ ਹਿੱਸੇ ਆ ਜੀ। ਹਾਂ, ਤੇ ਮੈਂ ਤੁਹਾਨੂੰ ਦੱਸਦਾ, ਮੰਨ ਲਾ ਬਈ ਨਾ FCI ਨੇ ਝੋਨਾ ਸ਼ੈਲਰਾਂ ਨੂੰ ਦੇਣਾ ਵੀ ਸਾਨੂੰ ਝੋਨਾ ਕੱਢ ਕੇ ਦਿਓ, ਤੇ ਇਹਨਾਂ ਨੇ ਪਤਾ ਕੀ ਕਰਨਾ, ਝੋਨਾ ਤਾਂ ਐਕਸਪੋਰਟ ਕਰ ਦੇਣਾ ਤੇ FCI ਦੇ ਵਿੱਚ ਉੱਥੇ ਮਿੱਟੀ ਦੀਆਂ ਬੋਰੀਆਂ, ਹੋਰ ਕੂੜੇ ਕਰਕਟ ਦੀਆਂ ਬੋਰੀਆਂ ਲਾਉਂਦੇ ਰਹੇ ਆ। ਇਹ ਮੰਨ ਲਓ ਸਾਰਾ ਜਿੰਨਾ ਕਸੂਰ ਆ ਸਾਡੇ ਜੱਟਾਂ ਦਾ ਵਾ, ਤੇ ਇਹਨਾਂ ਨੇ ਉਹ FCI ਹੁਣ ਇੰਨੀ ਘਾਟੇ 'ਚ ਨਾ, ਤੁਸੀਂ ਸੋਚ ਹੀ ਨਹੀਂ ਸਕਦੇ ਵੀ FCI ਬੇਟਾ ਇੰਨੀ ਘਾਟੇ 'ਚ। ਦੇਖੋ ਜੀ, ਇੱਕੋ ਆਪਾਂ ਬਰਾਦਰੀ ਨੂੰ ਦੋਸ਼ ਦੇਣਾ ਮੈਂ ਸਮਝਦਾ ਠੀਕ ਨਹੀਂ ਆ, ਕਿਉਂਕਿ ਹਰ ਬਰਾਦਰੀ ਦੇ ਲੋਕ FCI 'ਚ ਕੰਮ ਕਰਦੇ ਨੇ, ਮੁਲਾਜ਼ਮ ਨੇ, ਹੇਠਲੇ ਤਬਕੇ ਤੋਂ ਵੀ ਨੇ, ਔਰ ਸੋ ਕਾਲਡ ਅਖੌਤੀ ਜਿਹੜੀਆਂ ਉੱਚੀਆਂ ਜਾਤੀਆਂ ਦੇ ਲੋਕ ਵੀ ਨੇ। ਆਪਾਂ ਇਸ ਸਿਸਟਮ 'ਚ ਨਹੀਂ ਪੈਂਦੇ। ਔਰ ਕੇਂਦਰ ਸਰਕਾਰ ਦਾ ਇੱਕ ਆਪਣਾ ਏਜੰਡਾ, ਭਾਜਪਾ ਦਾ ਇੱਕ ਆਪਣਾ ਏਜੰਡਾ, ਉਸ ਏਜੰਡੇ ਨੂੰ ਅੱਗੇ ਵਧਾਇਆ ਜਾ ਰਿਹਾ। ਮੈਂ ਨਹੀਂ ਸਮਝਦਾ ਕਿ ਸਿਰਫ
ਕੋਈ ਜੱਟਾਂ ਦੇ ਨਾਲ ਉਹਨਾਂ ਦੀ ਲਾਗ ਡਾਟ ਸੀ ਤਾਂ ਇਹ ਆਰਡੀਨੈਂਸ ਲਿਆਂਦੇ ਗਏ ਨੇ। ਇਹ ਆਰਡੀਨੈਂਸ ਹਰਿਆਣੇ 'ਚ ਵੀ ਲਾਗੂ ਹੋਣੇ ਆ, ਮੁਲਕ ਦੇ ਬਾਕੀ ਹਿੱਸਿਆਂ 'ਚ ਵੀ ਲਾਗੂ ਹੋਣੇ ਆ। ਆਪਾਂ ਇਹਨੂੰ ਇੰਨਾ ਘਟਾ ਕੇ ਨਾ ਦੇਖੀਏ ਜੀ। ਨਹੀਂ ਬੇਟਾ ਸੁਣ ਮੇਰੀ ਗੱਲ। ਜੀ। ਦੇਖੋ ਇਹ FCI ਜਿਹੜੀ ਇੰਨੀ ਜ਼ਿਆਦਾ ਘਾਟੇ 'ਚ ਆ ਨਾ, ਇਹਨੂੰ ਇੰਨਾ ਲੁੱਟਿਆ ਗਿਆ ਬੇਟਾ। ਪਹਿਲਾਂ ਤਾਂ ਸੈਂਟਰਲ ਗਵਰਨਮੈਂਟ ਚੱਲੀ ਜਾਂਦੀ ਸੀ ਵੀ ਚਲੋ FCI ਖਰੀਦ ਕਰੂਗੀ, ਬਾਹਰ ਪਿਆ ਝੋਨਾ ਖਰਾਬ ਹੋਈ ਜਾਵੇ, ਕਣਕ ਖਰਾਬ ਹੋਈ ਜਾਵੇ। ਹੁਣ ਸੈਂਟਰ ਕੋਲ ਵੀ ਇੱਕ ਪੈਸਾ ਨਹੀਂ। ਹੁਣ ਸੈਂਟਰ ਕੋਲ ਪੈਸਾ ਪਤਾ ਕਿਉਂ ਨਹੀਂ ਹੈ? ਜਿੰਨੀਆਂ ਬੈਂਕਾਂ ਨੇ ਉਹ ਸਾਰੀਆਂ ਖਾਲੀ ਹੋ ਗਈਆਂ। ਸੈਂਟਰਲ ਗਵਰਨਮੈਂਟ ਬੈਂਕਾਂ ਦੇ ਵਿੱਚੋਂ ਪੈਸੇ ਪਾਉਂਦੀ ਹੈ ਤਾਂ ਬੈਂਕਾਂ ਚੱਲ ਰਹੀਆਂ। ਨਹੀਂ, ਬੈਂਕਾਂ ਖਾਲੀ ਕਿਹਦੀ ਕਰਤੂਤ ਕਰਕੇ ਹੋਈਆਂ ਜੀ? ਕਿਉਂ ਰਿਜ਼ਰਵ ਬੈਂਕ ਚੋਂ ਮਨਮੋਹਨ ਸਿੰਘ ਨੇ ਕੀਤਾ ਸਭ ਕੁਝ। ਰਿਜ਼ਰਵ ਬੈਂਕ ਚੋਂ ਪੈਸਾ ਕਿਹੜੀ ਸਰਕਾਰ ਨੇ ਕੱਢਿਆ? ਪਹਿਲੀ ਵਾਰ ਰਿਜ਼ਰਵ ਬੈਂਕ ਚੋਂ ਪੈਸਾ ਕਿਹੜੀ ਸਰਕਾਰ ਨੇ ਕੱਢਿਆ ਜੀ, ਤੁਹਾਨੂੰ ਪਤਾ ਹੈ? ਉਹ ਸਾਰਾ ਮਨਮੋਹਨ ਸਿੰਘ ਨੇ ਕਰਾਇਆ। ਨਹੀਂ ਬਿਲਕੁਲ ਨਹੀਂ। ਤੁਸੀਂ ਤੱਥਾਂ ਤੋਂ ਵਾਕਿਫ ਨਹੀਂ ਹੋ ਜੀ। ਭਾਜਪਾ ਸਰਕਾਰ ਨੇ ਪਹਿਲੀ ਵਾਰ ਰਿਜ਼ਰਵ ਬੈਂਕ 'ਚ ਰਿਜ਼ਰਵ ਪੈਸਾ ਕੱਢਿਆ। ਤੁਹਾਨੂੰ ਇਹ ਆਪਣਾ ਦੁਬਾਰਾ ਝਾਤੀ ਮਾਰ ਲੈਣੀ ਚਾਹੀਦੀ ਹੈ, ਇਹਨੂੰ ਸਹੀ ਕਰਨਾ ਚਾਹੀਦਾ ਹੈ। ਰਿਜ਼ਰਵ ਚੋਂ ਪੁੱਤਰ ਪੈਸਾ ਤਾਂ ਕੱਢਿਆ ਬਈ ਬੈਂਕਾਂ ਸਾਰੀਆਂ ਨੂੰ ਲੁੱਟ ਲਿਆ ਗਿਆ। ਮਨਮੋਹਨ ਸਿੰਘ ਦੇ 10 ਸਾਲਾਂ ਦੇ ਉਹ ਲੁਟਾਇਆ ਕਿਹਨੇ ਜੀ? ਕਿਹੜੀ ਸਰਕਾਰ ਦੇ ਕਾਰਜਕਾਲ ਵੇਲੇ ਨੀਰਵ ਮੋਦੀ ਬਾਹਰ ਭੱਜਿਆ, ਹੋਰ ਜਿਹੜੇ ਇੰਗਲੈਂਡ ਗਏ, ਲੰਡਨ ਭੱਜੇ, ਇਹ ਸਾਰੇ ਕਿਹਦੀ ਸਰਕਾਰ ਵੇਲੇ ਭੱਜੇ ਜੀ? ਪਹਿਲਾਂ ਦੇ ਲੋਨ ਆ ਪੁੱਤ। ਨਹੀਂ, ਭੱਜੇ ਕਿਹਦੀ ਸ਼ਹਿ ਨਾਲ ਜੀ? ਕਿਹਨਾਂ ਨੇ ਜਿਹੜਾ ਆਸਾਨ ਰਸਤਾ ਕਿਹਨਾਂ ਨੇ ਪ੍ਰੋਵਾਈਡ ਕੀਤਾ ਕਿ ਤੁਸੀਂ ਬਾਹਰ ਭੱਜੋ? ਮੇਰੀ ਗੱਲ ਸੁਣ। ਫੜਨਾ ਕਿਹਨੇ ਸੀ? ਜਿਹੜੀ ਬੇਟਾ ਲੋਨ ਹੋਈ ਆ ਨਾ, ਜਿਹੜੀਆਂ ਜਾਲੀ ਕੰਪਨੀਆਂ ਨੂੰ ਲੋਨ ਜਿੰਨਾ ਲਿਆ ਵਾ, ਜਿਨ੍ਹਾਂ ਨੇ ਬੈਂਕਾਂ ਖਾਲੀ ਕੀਤੀਆਂ, ਉਹ ਸਾਰੀ ਲੋਨ ਮਨਮੋਹਨ ਸਿੰਘ ਦੇ ਟਾਈਮ ਤੇ ਹੋਈ ਆ। ਨੀਰਵ ਮੋਦੀ ਨੂੰ ਕਿਹਨੇ ਭਜਾਇਆ ਜੀ? ਉਹ ਮੇਰੀ ਸੁਣ ਲੈ ਗੱਲ। PNB ਕਿਹਦੇ ਇਸ਼ਾਰੇ ਤੇ ਲੁੱਟਿਆ ਗਿਆ? PNB ਦੇ ਖਾਤੇ ਖਾਲੀ ਹੋਏ। ਉਹ ਭੱਜਣਾ ਬਾਅਦ ਚ, ਪਰ ਲੋਨ ਦਾ ਦੇਖੋ ਨਾ, ਲੋਨ ਦਾ ਟਾਈਮ ਕਿਹੜਾ? ਜਦੋਂ ਜਾਲੀ ਕੰਪਨੀ ਨੇ ਪੁੱਤ ਬੈਂਕਾਂ ਤੋਂ ਲੋਨ ਲਏ ਆ ਨਾ, ਉਹ ਸਾਰੇ ਮਨਮੋਹਨ ਸਿੰਘ ਦੇ ਟਾਈਮ ਚ ਲਏ। ਨਹੀਂ, ਉਹ ਮਨਮੋਹਨ ਸਿੰਘ ਨੇ ਤਾਂ ਨਹੀਂ ਕਿਹਾ ਕਿ ਅਫਸਰਾਂ ਨੂੰ ਤੁਸੀਂ ਜਾਲੀ ਫਾਰਮ ਭਰ ਕੇ ਤੇ ਇਹ ਲੈ ਲਓ? ਮੈਨੂੰ ਇਹ ਦੱਸ ਬੇਟਾ, ਉਹ ਬੇਟਾ ਫਾਈਨਾਂਸ ਦਾ ਬੰਦਾ, ਉਹਦੇ ਹੁੰਦੇ ਕਿਉਂ? ਨਹੀਂ, ਪਰ ਫਾਈਨਾਂਸ ਦੇ ਬੰਦੇ ਦੀ ਪ੍ਰਧਾਨ ਮੰਤਰੀ ਦੀ ਇੱਕ ਨਿੱਜੀ ਬੈਂਕ ਤੇ ਉੱਪਰ ਅੱਖ ਨਹੀਂ ਹੁੰਦੀ। ਉਹ ਮੈਨੇਜਰ ਨੇ ਦੇਖਣਾ ਹੁੰਦਾ, ਹੋਰ ਉੱਚ ਅਧਿਕਾਰੀਆਂ ਨੇ, ਡਾਇਰੈਕਟਰ ਨੇ ਦੇਖਣਾ ਹੁੰਦਾ। ਇਹ ਨਹੀਂ ਹੈ। ਇਹ ਜ਼ਿੰਮੇਵਾਰੀ ਉਸ ਸੰਬੰਧਿਤ ਅਦਾਰੇ ਦੀ ਮੁਖੀ ਦੀ ਹੁੰਦੀ ਹੈ। ਪ੍ਰਧਾਨ ਮੰਤਰੀ ਇਕੱਲੇ ਬੈਂਕ ਦਾ ਖਿਆਲ ਨਹੀਂ ਰੱਖ ਸਕਦਾ। ਉਹਨੇ ਵਿਦੇਸ਼ ਨੀਤੀ ਦੇਖਣੀ ਹੁੰਦੀ ਹੈ, ਸਰਹੱਦਾਂ ਤੇ ਕੀ ਵਾਪਰਿਆ, ਕੌਮਾਂਤਰੀ ਪੱਧਰ ਤੇ ਕੀ ਵਾਪਰਿਆ, ਹੋਰ ਵੱਡੀਆਂ ਜ਼ਿੰਮੇਵਾਰੀਆਂ ਪ੍ਰਧਾਨ ਮੰਤਰੀ ਦੇ ਹਿੱਸੇ ਆਉਂਦੀਆਂ ਨੇ। ਮੈਨੂੰ ਇਹ ਦੱਸੋ ਵੀ ਉਹ ਦੱਸ ਰਿਹਾ ਵੀ ਉਹਨੇ ਕਿਹੜਾ ਚੰਗਾ ਕੰਮ ਕੀਤਾ? ਮੈਨੂੰ ਇੱਕ ਦੱਸ। ਚਲੋ, ਤੁਹਾਡੀ ਇੱਕ ਆਪਣੀ ਕੋਈ ਖਾਸ ਵਿਚਾਰਧਾਰਾ ਹੋ ਸਕਦੀ ਹੈ ਜੀ। ਤੁਸੀਂ ਮਨਮੋਹਨ ਸਿੰਘ ਨੂੰ ਜੇ ਨਹੀਂ ਪਸੰਦ ਕਰਦੇ ਵੱਖਰੀ ਗੱਲ ਹੈ, ਪਰ ਤੱਥਾਂ ਤੋਂ ਮੁਨਕਰ ਨਹੀਂ ਹੋਇਆ ਸਕਦਾ ਜੀ। ਨਹੀਂ ਮੈਨੂੰ ਬੇਟਾ ਇੱਕ ਤਾਂ ਦੱਸ ਦੇ ਵੀ ਉਹਨੇ 10 ਸਾਲਾਂ 'ਚ ਕਿਹੜਾ ਚੰਗਾ ਕੰਮ ਕੀਤਾ, ਮੈਨੂੰ ਇੱਕ ਦੱਸ। ਚਲੋ, ਉਹ ਤਾਂ ਆਪਾਂ ਗਿਣਾ ਦਿਆਂਗੇ ਜੀ। ਤੁਹਾਨੂੰ ਜੇ ਨਹੀਂ ਦੱਸਦਾ ਤਾਂ ਵੱਖਰੀ ਗੱਲ ਹੈ ਜੀ। ਸੁਣ ਲਾ ਮੇਰੀ ਗੱਲ ਸੁਣ ਲੈ ਬੇਟਾ। ਦੇਖ, ਅੰਮ੍ਰਿਤਸਰ ਦਰਬਾਰ ਸਾਹਿਬ ਦਾ ਗਲਿਆਰਾ ਯੋਜਨਾ ਦਾ ਨਹੀਂ ਕੁਛ ਉਹਨੇ ਕੀਤਾ ਸੀਗਾ ਵੀ? ਨਹੀਂ ਤਾਂ ਉਹਦੀ ਡਿਊਟੀ ਬਣਦੀ ਸੀ। ਸਿੱਖ ਸੀਗਾ ਉਹ ਮਹੀਨੇ ਬਾਅਦ ਮੀਟਿੰਗ ਕਰਦਾ ਤੇ ਦਰਬਾਰ। ਪਿਛਲੇ 10 ਸਾਲਾਂ ਤੋਂ ਦੱਸ ਦਿਓ ਜੀ ਕੀ ਚੰਗਾ ਕੰਮ ਕਰ ਦਿੱਤਾ? ਨੋਟਬੰਦੀ 'ਚ ਕਿੰਨੀਆਂ ਜਾਨਾਂ ਚਲੀਆਂ ਗਈਆਂ? ਆ ਹੁਣ 4 ਘੰਟੇ ਪਹਿਲਾਂ ਜਦੋਂ ਇਹ ਸਾਰਾ ਕੁਝ ਬੰਦ ਕੀਤਾ, ਕਿੰਨੇ ਮਜ਼ਦੂਰਾਂ ਦੀ ਬਲੀ ਦਿੱਤੀ ਗਈ? ਉਹਦੇ ਬਾਰੇ ਕਹਿੰਦੇ ਸਾਡੇ ਕੋਲ ਅੰਕੜੇ ਨਹੀਂ, ਇਹ ਨਹੀਂ ਪਤਾ ਕਿੰਨੇ ਮਜ਼ਦੂਰ ਮਰ ਗਏ। ਉਹ ਬੇਟਾ ਮੇਰੀ ਗੱਲ ਸੁਣ ਲੈ ਨਾ। ਜਿਹੜੀ ਨੋਟਬੰਦੀ ਆ ਉਹ ਬੈਂਕਾਂ ਨੇ ਫੇਲ ਕੀਤੀ ਆ। ਬੈਂਕਾਂ ਦੇ ਵਿੱਚ ਜਿਹੜੀ ਕਰਪਸ਼ਨ ਆ ਉਹ ਸਾਰੀ ਮਨਮੋਹਨ ਸਿੰਘ ਦੇ ਟਾਈਮ ਤੇ ਵਧੀ ਆ, ਤੇ ਬੈਂਕਾਂ 'ਚ ਇੰਨੀ ਕਰਪਸ਼ਨ ਵੱਧ ਗਈ ਸੀ, ਬੈਂਕਾਂ ਵਾਲਿਆਂ ਨੇ ਨੋਟਬੰਦੀ ਫੇਲ ਕੀਤੀ ਆ ਸਾਰੀ। ਅੱਛਾ ਜੀ। ਹਾਂ, ਤੇ ਇੱਕ ਮੇਰੀ ਸੁਣ ਮੇਰੀ ਜਿਹੜੇ ਭਾਜਪਾ ਦੇ ਜਿਹੜੇ ਆਗੂ ਸੀ, ਉਹਨਾਂ ਦੇ ਬੈਂਕਾਂ 'ਚ ਰਾਤੋਂ ਰਾਤ ਸਾਰਾ ਕੁਝ ਕਿਵੇਂ ਸ਼ਿਫਟ ਹੋ ਗਿਆ? ਜਿਹੜੇ ਭਾਜਪਾ ਦੇ ਆਗੂਆਂ ਦਾ ਪਾਰਟੀ ਦਾ ਪੈਸਾ ਉਹ ਕਿਵੇਂ ਸੁਰੱਖਿਅਤ ਹੋ ਗਿਆ ਜੀ? ਕੋਈ ਨਹੀਂ ਬੇਟਾ ਸੁਰੱਖਿਅਤ ਹੋਇਆ। ਇਹ ਸਾਰੀਆਂ ਗੱਲਾਂ ਬਣਾਈਆਂ। ਸੁਣ ਲਾ ਮੇਰੀ ਇੱਕ ਮਿੰਟ ਸੁਣ। ਦੇਖ, ਮੈਨੂੰ ਇਹ ਦੱਸ ਵੀ ਇਹ ਸਿਰਸਾ ਵਾਲੇ ਨੂੰ ਮੱਥਾ ਟੇਕਦੇ ਸੀ, ਇਹਨਾਂ ਨੂੰ RSS ਨੇ ਕਿਹਾ ਸੀ ਵੀ ਤੁਸੀਂ ਮੱਥਾ ਟੇਕੋ ਨੂੰ? ਮੈਨੂੰ ਦੱਸ। ਨਹੀਂ, ਹੁਣ ਸਿਰਸੇ ਵਾਲੀ ਮੱਥੇ ਟੇਕਣ ਵਾਲੀ ਗੱਲ ਕਿੱਧਰ ਆ ਗਈ ਜੀ? ਆਰਡੀਨੈਂਸਾਂ ਨਾਲ ਇਹਦਾ ਕੀ ਸੰਬੰਧ ਹੈ ਜੀ? ਮੇਰੇ ਖਿਆਲ ਤੁਹਾਨੂੰ ਤਿਆਰੀ ਕਰਕੇ ਆਉਣਾ ਚਾਹੀਦਾ ਜੀ। ਗੱਲਬਾਤ ਨੂੰ ਲੀਹੋਂ ਲਾਉਣ ਦਾ ਯਤਨ ਕਰ ਰਹੇ ਹੋ ਤੁਸੀਂ। ਲੈਣਾ ਸਾਡੀਆਂ ਖੁੱਲੀਆਂ ਹੋਈਆਂ ਨੇ ਜੀ, ਪਰ ਕਿਸੇ ਵੀ ਆਪਾਂ ਜੇ ਆਪਣੀ ਵਿਚਾਰਧਾਰਾ ਨੂੰ TV ਹੋਸਟ ਦੇ ਉੱਪਰ ਜਾਂ ਥੋਪਣ ਦਾ ਯਤਨ ਕਰਾਂਗੇ, ਇੰਨੀ ਕੁ ਸਾਡੀ ਵੀ ਤਿਆਰੀ ਕੀਤੀ ਹੁੰਦੀ ਹੈ। ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕਰੋ। ਕਿਸੇ ਜਾਤੀ ਪਾਤੀ ਨਾਲ ਕੋਈ ਵਿਤਕਰਾ ਨਹੀਂ, ਕਿਸੇ ਸਿਆਸਤਦਾਨ ਦੇ ਨਾਲ ਸਾਡੀ ਨਾ ਕੋਈ ਲਾਗ ਡਾਟ ਹੈ, ਨਾ ਕਿਸੇ ਦਾ ਅਸੀਂ ਪੱਖ ਪੂਰਨ ਲਈ ਇੱਥੇ ਬੈਠੇ ਹੋਏ ਹਾਂ। ਨਿਰਪੱਖ ਗੱਲਬਾਤ ਇਸ ਮੰਚ ਤੋਂ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ। ਤੁਸੀਂ ਗੱਲਬਾਤ ਵਿੱਚ ਸ਼ਾਮਲ ਹੋ ਸਕਦੇ ਹੋ ਜੀ। ਹੇਠਾਂ ਸਕਰੀਨ ਤੇ ਨੰਬਰ ਦਿੱਤੇ ਜਾ ਰਹੇ ਨੇ। ਪੰਜਾਬੀ ਟ੍ਰਿਬਿਊਨ ਪਿਛਲੇ ਮਹੀਨੇ ਕੁ ਦੇ ਪੜ੍ਹ ਕੇ ਦੇਖ ਲਓ।
ਉਹਦੇ 'ਚ ਦੁਨੀਆ ਭਰ ਦੇ ਅਰਥ ਸ਼ਾਸਤਰੀਆਂ ਨੇ, ਖੇਤੀ ਮਾਹਰਾਂ ਨੇ ਜਿਹੜੇ ਵਿਚਾਰ ਪ੍ਰਗਟਾਏ ਨੇ, ਕਿਸੇ ਇੱਕ ਨੇ ਵੀ ਮੈਨੂੰ ਦੱਸ ਦਿਓ ਆ ਕੇ ਕਿ ਖੇਤੀਆਂ ਦਾ ਇਹਨਾਂ ਦਾ ਸਮਰਥਨ ਕੀਤਾ ਹੋਵੇ। ਅਕਾਲੀ ਦਲ ਹੁਣ ਯੂ ਟਰਨ ਲੈ ਰਿਹਾ। ਉਹੀ ਅਕਾਲੀ ਦਲ ਕਦੇ ਸੈਂਟਰ ਤੋਂ ਵਜ਼ੀਰਾਂ ਦੀਆਂ ਚਿੱਠੀਆਂ ਦਿਖਾਉਂਦਾ ਫਿਰਦਾ ਸੀ, ਕਦੇ ਚੰਡੀਗੜ੍ਹ ਵਜ਼ੀਰਾਂ ਨੂੰ ਨਾਲ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਭਰੋਸਾ ਦਿਵਾਉਂਦਾ ਫਿਰਦਾ ਸੀ ਕਿ ਇਹ ਆਰਡੀਨੈਂਸ ਚੰਗੇ ਨੇ, ਔਰ ਇੱਥੋਂ ਤੱਕ ਕਿ ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੀ ਚੁੱਪ ਤੋੜਨੀ ਪਈ ਸੀ। ਲੰਮੇ ਸਮੇਂ ਤੋਂ ਘਰ ਦੇ ਵਿੱਚ ਹੀ ਉਹ ਚੁੱਪ ਬੈਠੇ ਸਨ। ਸੁਖਬੀਰ ਬਾਦਲ ਪੂਰੇ ਸਰਗਰਮ ਸਨ। ਉਹਨਾਂ ਨੇ ਵੀ ਜਦੋਂ ਚੁੱਪ ਤੋੜੀ ਤੇ ਆਰਡੀਨੈਂਸਾਂ ਦੀ ਹਮਾਇਤ ਕਰਦਿਆਂ ਕਾਂਗਰਸ ਤੇ ਨਿਸ਼ਾਨਾ ਇਸ ਗੱਲੋਂ ਸਾਧਿਆ ਕਿ ਇਹਨਾਂ ਨੇ ਸਾਡੇ ਗੁਰਧਾਮਾਂ ਤੇ ਹਮਲੇ ਕੀਤੇ ਨੇ। ਇਹ ਕਾਂਗਰਸ ਤਾਂ ਕਿਸਾਨ ਵਿਰੋਧੀ ਰਹੀ ਹੈ। ਚਲੋ ਪੰਥ ਵਿਰੋਧੀ ਪੰਥ ਪ੍ਰਸਤ ਪਾਰਟੀ ਇਹ ਦੱਸ ਦੇਵੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੇ 10 ਸਾਲਾਂ ਦੇ ਕਾਰਜਕਾਲ ਦੇ ਵਿੱਚ ਉਹਨੇ ਕੀ ਕੁਛ ਕੀਤਾ। ਕਾਂਗਰਸ ਦੀ ਸਰਕਾਰ ਤਾਂ ਹੁਣ 3.5 ਸਾਲਾਂ ਤੋਂ ਆਈ ਹੈ। ਪਿਛਲੇ 10 ਸਾਲਾਂ ਤੋਂ ਸੈਂਟਰ ਦੇ ਵਿੱਚ ਅਕਾਲੀਆਂ ਦੀ ਭਾਈਵਾਲ ਵਾਲੀ ਭਾਜਪਾ ਦੀ ਸਰਕਾਰ ਚੱਲ ਰਹੀ ਹੈ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਚੱਲ ਰਹੀ ਹੈ। ਜਦੋਂ ਧਾਰਾ 370 ਮਨਸੂਖ ਕੀਤੀ ਗਈ ਕਸ਼ਮੀਰ ਦੇ ਵਿੱਚੋਂ, ਉਹਨੂੰ ਦਿੱਤਾ ਵਿਸ਼ੇਸ਼ ਰੁਤਬਾ ਜਿਹੜਾ ਉਹ ਹਟਾ ਲਿਆ ਗਿਆ, ਤਾਂ ਉਦੋਂ ਅਕਾਲੀ ਦਲ ਨੂੰ ਬੋਲਣਾ ਚਾਹੀਦਾ ਸੀ, ਕਿਉਂਕਿ ਜਿਹੜਾ ਇਹ ਗੱਠਜੋੜ ਹੈ ਇਹ ਸਿਧਾਂਤਾਂ ਤੋਂ ਸਖਣਾ ਗੱਠਜੋੜ ਸੀ। ਤੁਹਾਨੂੰ ਯਾਦ ਹੋਵੇਗਾ ਅਟਲ ਬਿਹਾਰੀ ਵਾਜਪਾਈ ਦੀ ਜਦੋਂ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਜੇ ਕਿਸੇ ਪਾਰਟੀ ਨੇ ਸਭ ਤੋਂ ਪਹਿਲਾਂ ਬਾਂਹ ਖੜੀ ਕਰਕੇ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਤਾਂ ਉਹ ਪਾਰਟੀ ਪੰਜਾਬ ਦੀ ਸੀ, ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਤੇ ਅੱਜ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਕੁਝ ਕਿਵੇਂ ਚੁਰਾਹੇ ਤੇ ਆਣ ਖੜਾ ਹੋਇਆ। ਉਸੇ ਅਕਾਲੀ ਦਲ ਨੂੰ ਯੂ ਟਰਨ ਲੈਣਾ ਪੈ ਰਿਹਾ ਹੈ, ਔਰ ਮੈਂ ਸਮਝਦਾ ਇਹ ਯੂ ਟਰਨ ਕੋਈ ਉਹਨਾਂ ਨੇ ਚਾਅ ਨੂੰ ਨਹੀਂ ਲਿਆ। ਅਕਾਲੀ ਦਲ ਨੇ ਕੰਧ ਤੇ ਲਿਖਿਆ ਪੜ੍ਹ ਲਿਆ, ਮੋਟੇ ਅੱਖਰਾਂ 'ਚ ਕੰਧ ਤੇ ਨਾਅਰੇ ਲਿਖੇ ਜਾਂਦੇ ਨੇ। ਕਿਸਾਨਾਂ ਨੇ ਆਪਣੀਆਂ ਪੈੜਾਂ ਦੀ ਛਾਪ ਪਿੰਡ ਪਿੰਡ, ਸ਼ਹਿਰ ਸ਼ਹਿਰ, ਨਗਰ ਨਗਰ, ਕਸਬੇ ਦੇ ਵਿੱਚ ਪਾਤੀ ਹੈ। ਧੂੜਾਂ ਠਾਤੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਵੱਖ-ਵੱਖ ਮੰਚਾਂ ਤੋਂ ਨਸ਼ੇੜੀ ਕਹਿ ਕੇ ਭੰਡਿਆ ਜਾਂਦਾ ਰਿਹਾ। ਅੱਜ ਪੰਜਾਬ ਦਾ ਕਿਸਾਨ, ਪੰਜਾਬ ਦੇ ਜਵਾਨ ਕਿਸਾਨੀ ਤੇ ਪਾਣੀ ਨੂੰ ਬਚਾਉਣ ਦੇ ਲਈ ਸੜਕਾਂ ਤੇ ਨਿੱਤਰੇ ਹੋਏ ਨੇ, ਔਰ ਇਸ ਅੰਦੋਲਨ ਦੇ ਪ੍ਰਚੰਡ ਹੋਣ ਮਗਰੋਂ ਪਾਰਟੀਆਂ ਨੂੰ ਲੱਗਾ ਕਿ ਸਾਡਾ ਤਾਂ ਪੰਜਾਬ ਦੇ ਵਿੱਚੋਂ ਬਾਕੀ ਜਿਹੜਾ ਬਚਿਆ ਖੁਚਿਆ ਆਧਾਰ ਆ ਉਹ ਵੀ ਖੁਰ ਜਾਏਗਾ। ਇਸ ਕਰਕੇ ਸਰਕਾਰਾਂ ਨੂੰ ਮਜਬੂਰ ਹੋ ਕੇ, ਪਾਰਟੀਆਂ ਨੂੰ ਮਜਬੂਰ ਹੋ ਕੇ, ਸਿਆਸਤਦਾਨਾਂ ਨੂੰ ਮਜਬੂਰ ਹੋ ਕੇ ਇਹੋ ਜਿਹੇ ਕਦਮ ਪੁੱਟਣੇ ਪੈ ਰਹੇ ਨੇ। ਔਰ ਇਹ ਮੌਕਾ ਪ੍ਰਸਤ ਰਾਜਨੀਤੀ ਦੀ ਬੜੀ ਇੱਕ ਉਗੜਵੀਂ ਮਿਸਾਲ ਹੈ। ਸਿਆਸਤਦਾਨ ਇਸ ਨੂੰ ਮਾੜਾ ਨਹੀਂ ਸਮਝਦੇ, ਉਹ ਪੈਰ ਪੈਰ ਤੇ ਗ੍ਰਿਕਟ ਵਾਂਗ ਰੰਗ ਬਦਲਣਾ ਜਾਣਦੇ ਹੁੰਦੇ ਨੇ, ਕਿਉਂਕਿ ਉਹਨਾਂ ਨੇ ਆਪਣੇ ਛਾਬੇ ਦੇ ਵਿੱਚ ਵੋਟਾਂ ਪਾ ਕੇ ਦੇਖਣੀਆਂ ਕਿ ਕਿਹੜਾ ਛਾਬੇ ਦਾ ਪਲੜਾ ਜ਼ਿਆਦਾ ਭਾਰਾ ਹੈ। ਜਿਹੜਾ ਪਲੜਾ ਭਾਰਾ ਹੈ ਉਹਨਾਂ ਨੇ ਵਾਧ ਘਾਟ ਕਰਕੇ ਦੇਖ ਲੈਣਾ ਵੀ ਜੇ ਤਾਂ ਉਹ ਬਰਾਬਰ ਹੋ ਸਕਦਾ ਤਾਂ ਉਹਨੂੰ ਸਾਵਾਂ ਕਰ ਲੈਣਗੇ, ਨਹੀਂ ਤਾਂ ਫਿਰ ਉਹਨਾਂ ਨੂੰ ਇੱਕ ਪਾਸੜ ਫੈਸਲਾ ਲੈਣਾ ਪੈਣਾ। ਤੇ ਉਹੀ ਸਾਰਾ ਕੁਝ ਜਿਹੜਾ ਅਕਾਲੀ ਦਲ ਨੇ ਵੀ ਕੀਤਾ। ਅਕਾਲੀ ਦਲ ਨੂੰ ਵੀ ਜਦੋਂ ਲੱਗਾ ਕਿ ਉਹਨਾਂ ਦੇ ਪੈਰਾਂ ਹੇਠੋਂ ਜਿਹੜੀ ਜ਼ਮੀਨ ਆ ਉਹ ਬਿਲਕੁਲ ਖਿਸਕ ਚੁੱਕੀ ਹੈ, ਉਹਦਾ ਜਿਹੜਾ ਬਾਕੀ ਰਹਿੰਦਾ ਖੁੰਦਾ ਆਧਾਰ ਹੈ, ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਮਦ ਤੋਂ ਪਹਿਲਾਂ ਦੋ ਹੀ ਵੱਡੀਆਂ ਸਿਆਸੀ ਪਾਰਟੀਆਂ ਸੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ। ਹੁਣ ਜਿੰਨੇ ਮਰਜ਼ੀ ਅਕਾਲੀ ਦਲ ਅੱਡ ਹੋ ਕੇ ਬਣੀ ਜਾਣ, ਪਰ ਰਵਾਇਤੀ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਹੈ ਜਿਹੜਾ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਪਿੰਡਾਂ ਦੇ ਲੋਕ ਰਹੇ ਨੇ, ਉੱਥੋਂ ਅਕਾਲੀ ਦਲ ਨੂੰ ਥੋਕ 'ਚ ਵੋਟਾਂ ਪੈਂਦੀਆਂ ਰਹੀਆਂ ਨੇ। ਸਾਡੇ ਬਜ਼ੁਰਗ ਦੱਸਦੇ ਨੇ ਕਿ ਤੱਕੜੀ ਤੇ ਅੱਖਾਂ ਮੀਚ ਕੇ ਮੂਹਰਾਂ ਲਾਉਂਦੇ ਸੀਗੇ, ਪੰਥ ਜਿੰਦਾਬਾਦ ਦੇ ਨਾਅਰੇ ਲੱਗਦੇ ਸੀਗੇ। ਪੰਥ ਪ੍ਰਸਤ ਪਾਰਟੀ ਰਹੀ ਹੈ, ਪਰ ਜਦੋਂ ਤੋਂ ਇਹ ਸਾਰਾ ਕੁਝ ਇੱਕੋ ਹੀ ਪਰਿਵਾਰ ਦੇ ਕੋਲ ਸਿਮਟ ਕੇ ਰਹਿ ਗਿਆ, ਉਹਨਾਂ ਕੋਲ ਹੀ ਵਜ਼ੀਰੀਆਂ ਤੇ ਸਾਰਾ ਕੁਝ ਉਹਨਾਂ ਕੋਲ ਹੀ, ਤੇ ਇਸ ਤਰ੍ਹਾਂ ਲੋਕਤੰਤਰ ਜਿਹੜਾ ਹੁੰਦਾ ਪਾਰਟੀ ਦੇ ਅੰਦਰ ਹੀ ਉਸ ਨੂੰ ਧੱਕਾ ਲੱਗਿਆ, ਤਾਂ ਉਦੋਂ ਬਹੁਤ ਸਾਰੇ ਜਿਹੜੇ ਆਗੂ ਫਿਰ ਉਹਨਾਂ ਨੇ ਵੱਖਰਾ ਰਸਤਾ ਅਖਤਿਆਰ ਕਰ ਲਿਆ। ਮਾਝੇ ਦੇ ਵਿੱਚ ਕੁਝ ਜਿਹੜੇ ਆਗੂ ਸੀ ਉਹ ਅਲੱਗਾ ਹੋ ਗਏ। ਅਕਾਲੀ ਦਲ ਦੇ ਪੁਰਾਣੇ ਸਾਥੀ ਸੁਖਦੇਵ ਸਿੰਘ ਢੀਂਡਸਾ ਨੂੰ ਅਲੱਗ ਹੋਣਾ ਪਿਆ। ਉਹਨਾਂ ਦੇ ਪੁੱਤਰ ਵਿੱਤ ਮੰਤਰੀ ਸੀ ਪਰਮਿੰਦਰ ਢੀਂਡਸਾ, ਉਹ ਵੀ ਆਪਣੇ ਪਿਤਾ ਵਾਲੇ ਰਾਹ ਤੇ ਤੁਰ ਪਏ। ਹੋਰ ਕਿੰਨੇ ਜਿਹੜੇ ਅਕਾਲੀ ਦਲ ਚੋਂ ਆਗੂ ਅਲੱਗਾ ਹੋ ਚੁੱਕੇ ਨੇ। ਹੁਣ ਇਸ ਵੇਲੇ ਆਪਾਂ ਵੇਖੀਏ ਕਿ ਜਿਹੜੇ ਰਾਜ ਸਭਾ 'ਚ ਮੈਂਬਰ ਨੇ ਉਹਨਾਂ ਨੇ ਵੀ ਵੱਖਰਾ ਰਾਗ ਲਾਪਣਾ ਸ਼ੁਰੂ ਕੀਤਾ। ਬਲਵਿੰਦਰ ਸਿੰਘ ਭੂੰਦੜ ਹੋਰਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਤੋਂ ਪਹਿਲਾਂ ਹੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹਰੇਕ ਪਾਰਟੀ ਦਾ ਆਪਣਾ ਏਜੰਡਾ ਹੈ। ਅਕਾਲੀ ਦਲ ਦਾ ਆਪਣਾ ਏਜੰਡਾ ਹੈ, ਸਾਡੀ ਵੱਖਰੀ ਪਾਰਟੀ ਹੈ, ਭਾਜਪਾ ਦਾ ਵੱਖਰਾ ਏਜੰਡਾ ਹੈ। ਔਰ ਗੱਠਜੋੜ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਥੱਲੇ ਲੱਗ ਕੇ ਰਹੀਏ।
ਉਹਨਾਂ ਨੇ ਇਸ਼ਾਰੇ ਕਰਤੇ ਸੀਗੇ। ਜਗਮੀਤ ਸਿੰਘ ਬਰਾੜ ਸਾਨੂੰ ਦੱਸ ਕੇ ਗਏ ਸੀ ਕਿ ਅਕਾਲੀ ਦਲ ਦੀ ਕੋਰ ਕਮੇਟੀ 'ਚ ਇਹ ਫੈਸਲਾ ਹੋ ਚੁੱਕਾ ਹੈ, ਔਰ ਸੁਖਬੀਰ ਬਾਦਲ ਨੇ ਬਹੁਤ ਜ਼ੋਰ ਲਾਇਆ। ਅਖੀਰ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਆਰਡੀਨੈਂਸਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਮਾਦੀ ਸ਼ਾਮਲ ਕਰਾ ਲਈ ਜਾਏ ਕਿ MSP ਭਾਵ ਮਿਨੀਮਮ ਸਪੋਰਟ ਪ੍ਰਾਈਸ ਖਤਮ ਨਹੀਂ ਕੀਤੀ ਗਈ, ਘੱਟੋ ਘੱਟ ਸਮਰਥਨ ਮੁੱਲ ਜਾਰੀ ਰਹੇਗਾ। ਪਰ ਇਹਦੇ ਬਾਰੇ ਇਹਨਾਂ ਆਰਡੀਨੈਂਸਾਂ ਦੇ ਵਿੱਚ ਜਿਹੜੇ ਇਹਨਾਂ ਆਰਡੀਨੈਂਸਾਂ ਨੂੰ ਜਾਣਦੇ ਨੇ, ਸਮਝਦੇ ਨੇ, ਕਿਧਰੇ ਇੱਕ ਵੀ ਲਾਈਨ ਨਹੀਂ ਪਾਈ ਗਈ। ਜੇ ਅਜਿਹੀ ਉਹਨਾਂ ਦੀ ਨੀਤੀ ਨਾ ਹੁੰਦੀ, ਜਿਹੜੇ ਸੈਂਟਰ 'ਚ ਬੈਠੇ ਨੇ, ਹਕੂਮਤ ਕਰ ਰਹੇ ਨੇ, ਉਹਨਾਂ ਨੂੰ ਕੀ ਇਤਰਾਜ਼ ਸੀ? ਨਾਲ ਇਹ ਕਹਿਣ ਦੇ, ਇਹ ਵਿੱਚ ਲਿਖਣ ਦੇ ਕਿ ਘੱਟੋ ਘੱਟ ਸਮਰਥਨ ਮੁੱਲ ਤੇ ਵੀ ਫਸਲਾਂ ਖਰੀਦੀਆਂ ਜਾਣਗੀਆਂ, ਜਿਹੜੀਆਂ ਸਰਕਾਰੀ ਏਜੰਸੀਆਂ ਨੇ ਉਹ ਫਸਲਾਂ ਦੀ ਖਰੀਦ ਕਰਨਗੀਆਂ। ਹੁਣ ਕਿਸੇ ਇੱਕ ਦੇ ਕਰਕੇ ਕਿ ਇਹ ਜਿਹੜੇ ਲੋਕ ਇਹਦੇ 'ਚ ਕਿਉਂ ਆ ਗਏ, ਮੈਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਫਿਰਕੇ ਜਾਂ ਭਾਈਚਾਰੇ ਦੇ ਲੋਕਾਂ ਦਾ ਹੀ ਗਲਬਾ ਹੋਏਗਾ ਕਿਸੇ ਇੱਕ ਏਜੰਸੀ ਦੇ ਵਿੱਚ। ਆਪੋ ਆਪਣੇ ਤਜਰਬੇ ਤੁਸੀਂ ਸਾਂਝੇ ਕਰ ਸਕਦੇ ਹੋ। ਪਰ ਜਿਸ ਤਰ੍ਹਾਂ ਦੇ ਇਹ ਬਾਂਹ ਨੂੰ ਬੰਨੇ ਜਾ ਰਹੇ ਨੇ, ਇਹ ਕੋਈ ਅੱਜ ਦੇ ਨਹੀਂ ਗੇ, ਇਹ ਰਾਤੋਂ ਰਾਤ ਲਏ ਗਏ ਫੈਸਲੇ ਨਹੀਂ ਹੁੰਦੇ। ਹਰੇਕ ਪਾਰਟੀ ਦੀ ਆਪਣੀ ਇੱਕ ਵੱਖਰੀ ਵਿਚਾਰਧਾਰਾ ਹੁੰਦੀ ਹੈ, ਪਾਰਟੀ ਦਾ ਏਜੰਡਾ ਹੁੰਦਾ, ਉਹਨੂੰ ਗਾਹੇ ਬਗਾਹੇ ਅੱਗੇ ਵਧਾਇਆ ਜਾ ਰਿਹਾ ਹੁੰਦਾ। ਤੇ ਭਾਜਪਾ ਆਪਣੇ ਇਸ ਏਜੰਡੇ ਨੂੰ ਪੂਰੀ ਪ੍ਰਤੀਬੱਧਤਾ ਦੇ ਨਾਲ ਲਾਗੂ ਕਰਨ ਜਾ ਰਹੀ ਹੈ। ਭਾਜਪਾ ਦਾ ਵੱਡਾ ਵੋਟ ਬੈਂਕ ਕਿਸਾਨੀ ਨਹੀਂ ਹੈ। ਅਕਾਲੀ ਦਲ ਦਾ ਤੇ ਕਾਂਗਰਸ ਦਾ ਵੱਡਾ ਵੋਟ ਬੈਂਕ ਪੰਜਾਬ ਦੇ ਵਿੱਚ ਕਿਸਾਨੀ ਹੈ। ਭਾਜਪਾ ਕਾਰੋਬਾਰੀਆਂ ਦੀ ਪਾਰਟੀ ਰਹੀ ਹੈ। ਸ਼ਹਿਰਾਂ ਦੇ ਵਿੱਚ ਭਾਜਪਾ ਦਾ ਵੱਡਾ ਵੋਟ ਬੈਂਕ ਰਿਹਾ, ਜਾਂ ਥੋੜ੍ਹਾ ਬਹੁਤ ਕਹਿ ਲਓ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚੋਂ ਭਾਜਪਾ ਨੂੰ ਵੋਟਾਂ ਪੈਂਦੀਆਂ ਰਹੀਆਂ ਨੇ। ਨਹੀਂ ਤਾਂ ਭਾਵੇਂ ਤੁਸੀਂ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ 3 ਸੀਟਾਂ ਤੇ ਨਿਗਾਹ ਮਾਰ ਕੇ ਦੇਖ ਲਓ, 20 ਸੀਟਾਂ ਤੇ ਨਿਗਾਹ ਮਾਰ ਕੇ ਦੇਖ ਲਓ ਕਿ 23 ਦੇ ਵਿੱਚੋਂ 3 ਜਿੱਤਦੇ ਰਹੇ, 20 ਕਿਵੇਂ ਹਾਰ ਜਾਂਦੇ ਰਹੇ। ਸੈਂਟਰ ਦੇ ਵਿੱਚ ਕਿੱਥੋਂ ਕਿੱਥੋਂ ਚੁਣ ਕੇ ਜਾਂਦੇ ਰਹੇ ਨੇ। ਅਕਾਲੀ ਭਾਜਪਾ ਗੱਠਜੋੜ ਹੁਣ ਟੁੱਟਣ ਦੇ ਕੰਢੇ ਪਹੁੰਚ ਚੁੱਕਾ ਹੈ। ਭਾਵੇਂ ਕਿ ਹਰਸਿਮਰਤ ਕੌਰ ਬਾਦਲ ਦੇ ਵਜ਼ਾਰਤ ਵਿੱਚੋਂ ਅਸਤੀਫਾ ਦੇਣ ਦੇ ਐਲਾਨ ਮਗਰੋਂ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਕਿਹਾ, ਭਰੋਸਾ ਦਵਾਇਆ ਕਿ ਸਾਡਾ ਇਹ ਗੱਠਜੋੜ ਕਾਇਮ ਰਹੇਗਾ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ਾਰਤ ਤੋਂ ਰੋਸ ਵਜੋਂ ਅਸਤੀਫਾ ਦਿੱਤਾ ਹੈ। ਗੱਠਜੋੜ ਨਹੀਂ ਟੁੱਟੇਗਾ, ਪਰ ਇਸ ਗੱਠਜੋੜ ਦੇ ਵਿੱਚ ਦੋਸਤੋ ਤ੍ਰੇੜਾਂ ਪੈ ਚੁੱਕੀਆਂ ਨੇ। ਇਹ ਕਿਤੇ ਵੀ ਕਦੋਂ ਵੀ ਇਸ ਗੱਠਜੋੜ ਦੇ ਵਿੱਚੋਂ ਜਾਂ ਤਾਂ ਭਾਜਪਾ ਬਾਹਰ ਨਿਕਲ ਸਕਦੀ ਹੈ ਜਾਂ ਅਕਾਲੀ ਦਲ ਨੂੰ ਇਹਦੇ ਚੋਂ ਬਾਹਰ ਨਿਕਲਣਾ ਪੈ ਸਕਦਾ ਹੈ। ਤੁਸੀਂ ਇਸ ਗੱਠਜੋੜ ਦੀ ਤਕਦੀਰ ਬਾਰੇ ਕੀ ਸੋਚਦੇ ਹੋ, ਕੀ ਮਹਿਸੂਸ ਕਰਦੇ ਹੋ? ਭਵਿੱਖ ਕਿਹੋ ਜਿਹਾ ਦੋਹੇ ਪਾਰਟੀਆਂ ਦਾ? ਕੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਮਗਰੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੁਬਾਰਾ ਉਭਾਰ ਕਰ ਸਕੇਗਾ? ਅਕਾਲੀ ਦਲ ਨੂੰ ਉੱਭਰਨ ਦਾ ਮੌਕਾ ਮਿਲ ਜਾਏਗਾ? ਜਾਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੇ ਹੁਣ ਬਹੁਤ ਦੇਰ ਕਰ ਦਿੱਤੀ, ਇਸ ਨੂੰ ਦੇਰੀ ਨਾਲ ਚੁੱਕਿਆ ਗਿਆ ਕਦਮ ਦੱਸਿਆ ਜਾ ਰਿਹਾ ਹੈ। ਔਰ ਹੋਰ ਵੱਡੀ ਡਿਵੈਲਪਮੈਂਟ ਇਹ ਹੋਈ ਹੈ, ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਫਤਿਹਗੜ੍ਹ ਸਾਹਿਬ ਤੋਂ ਚੁਣੇ ਗਏ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੁਰਾਣੇ ਵਿਦਿਆਰਥੀ ਆਗੂ ਰਹੇ ਨੇ। ਸੈਂਟਰ ਦੇ ਵਿੱਚ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਹੀ ਕਾਂਗਰਸ ਸਰਕਾਰ ਨੇ, ਕਾਂਗਰਸ ਪਾਰਟੀ ਦੀ ਹਾਈ ਕਮਾਨ ਨੇ ਸਪੈਸ਼ਲ ਇਨਵਾਈਟੀ ਨਿਯੁਕਤ ਕੀਤਾ ਸੀ, ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਸੀ। ਪਰ ਕੁਲਜੀਤ ਸਿੰਘ ਨਾਗਰਾ ਨੇ, ਜਿਹੜੇ ਕਿ ਫਤਿਹਗੜ੍ਹ ਸਾਹਿਬ ਤੋਂ MLA ਨੇ, ਉਹਨਾਂ ਨੇ ਅਸਤੀਫਾ ਦੇਣ ਦਾ ਇਹ ਵੱਡਾ ਫੈਸਲਾ ਕਿਵੇਂ ਕਰ ਲਿਆ? ਉਹਨਾਂ ਦੇ ਅਸਤੀਫਾ ਦੇਣ ਮਗਰੋਂ ਕੀ ਪੰਜਾਬ ਦੇ ਬਾਕੀ ਕਾਂਗਰਸੀ ਤੇ ਅਕਾਲੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸਤੀਫਾ ਦੇਣ ਦੀ ਜੁਰਤ ਕਰਨਗੇ? ਲੋਕ ਸਭਾ ਵਿੱਚ ਬਿੱਲ ਪੇਸ਼ ਹੋ ਚੁੱਕੇ ਨੇ, ਔਰ ਕਿਹਨੇ ਇਹਦੇ ਖਿਲਾਫ ਵੋਟਾਂ ਪਾਈਆਂ, ਕਿਹੜੇ ਇਹਦੇ ਹੱਕ 'ਚ ਭੁਗਤੇ ਨੇ, ਸਭ ਕੁਝ ਸਾਹਮਣੇ ਆਏ ਨੇ। ਆਮ ਆਦਮੀ ਪਾਰਟੀ ਦੇ ਵਾਹਦ MP ਭਗਵੰਤ ਮਾਨ ਲੋਕ ਸਭਾ ਵਿੱਚ ਗਰਜੇ ਨੇ, ਉਹਨਾਂ ਨੇ ਚੰਗੀ ਤਰ੍ਹਾਂ ਪੱਖ ਰੱਖਿਆ। ਗੁਰਜੀਤ ਸਿੰਘ ਔਜਲਾ ਕਾਂਗਰਸ ਦੇ MP ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਾ ਮਾਰੋ। ਲੁਧਿਆਣੇ ਤੋਂ ਕਾਂਗਰਸੀ MP ਰਵਨੀਤ ਸਿੰਘ ਬਿੱਟੂ ਉੱਥੇ ਗੱਜ ਕੇ ਬੋਲੇ ਨੇ। ਉਹ ਕਹਿੰਦੇ ਨੇ ਜੇ ਕਿਸੇ ਦੇ ਤੁਸੀਂ ਗੱਲ ਨੂੰ ਹੱਥ ਪਾਓ ਜਾਂ ਤਾਂ ਅਗਲਾ ਲਾਊਗਾ ਤੇ ਜਾਂ ਫਿਰ ਉਹ ਸੰਘਰਸ਼ ਕਰੂਗਾ। ਪੰਜਾਬ ਦੇ ਕਿਸਾਨ ਇਸ ਵੇਲੇ ਸੜਕਾਂ ਤੇ ਉਤਰੇ ਹੋਏ ਨੇ, ਬਾਦਲ ਪਿੰਡ ਨੂੰ ਘੇਰਾ ਪਾਇਆ ਹੋਇਆ। ਔਰ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਪੰਜਾਬ ਦੇ, ਉਹਨਾਂ ਨੇ ਵੀ ਟਰੈਕਟਰ ਤੇ ਚੜ੍ਹ ਕੇ ਆਪਣੇ ਆਸੇ-ਪਾਸੇ ਮਰਗਰਾਟਾਂ ਦੇ ਇੱਕ ਪਾਸੇ ਪ੍ਰੋਫੈਸਰ ਬਲਜਿੰਦਰ ਕੌਰ, ਦੂਜੇ ਪਾਸੇ ਵਿਧਾਇਕਾ ਰੂਬੀ, ਉਹਨਾਂ ਨੂੰ ਬਿਠਾ ਕੇ ਨਰੂਵਾਣਾ ਤੋਂ ਬਾਦਲ ਪਿੰਡ ਵੱਲ ਨੂੰ ਚਾਲੇ ਪਾਏ ਸੀ। ਉਹਨਾਂ ਨੂੰ ਰਸਤੇ ਵਿੱਚ ਹੀ ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ, ਅੱਗੇ ਨਹੀਂ ਵਧਣ ਦਿੱਤਾ। ਔਰ ਉਹਨਾਂ ਨੇ ਬਾਦਲ ਪਿੰਡ ਜਾ ਕੇ ਆਪਣਾ ਉਹ ਟਰੈਕਟਰ ਮਾਰਚ, ਉਹ ਰੋਸ ਮਾਰਚ ਉੱਥੇ ਹੀ ਖਤਮ ਕਰ ਦਿੱਤਾ। ਇਹਨਾਂ ਏਜੰਡਿਆਂ ਦੇ ਉੱਪਰ ਜਿਹੜੇ ਖੇਤੀ ਆਰਡੀਨੈਂਸ ਆਏ ਨੇ, ਜਿਹੜੇ ਬਿੱਲ ਲੋਕ ਸਭਾ 'ਚ ਪੇਸ਼ ਹੋਏ ਨੇ, ਉਹਨਾਂ ਤੇ ਸਿਆਸਤ ਹੋ ਰਹੀ ਹੈ। ਪੰਜਾਬ ਦੀ ਧਰਤੀ ਤੇ
ਹਰਿਆਣੇ ਦੇ ਲੋਕਾਂ ਤੇ ਇਹਨਾਂ ਆਰਡੀਨੈਂਸਾਂ ਦਾ, ਇਹਨਾਂ ਬਿੱਲਾਂ ਦਾ ਕਾਨੂੰਨ ਬਣਨ ਮਗਰੋਂ ਸਭ ਤੋਂ ਵੱਡਾ ਅਸਰ ਪੈਣਾ। ਤੁਹਾਡੇ ਦੇਖਦਿਆਂ ਤੁਹਾਡੇ ਹੀ ਖੇਤਾਂ ਦੇ ਉੱਪਰ ਕਾਰਪੋਰੇਟ ਘਰਾਣਿਆਂ ਨੇ, ਉਹਨਾਂ ਨੇ ਖੇਤੀ ਕਰਨੀ ਹੈ। ਹਜ਼ਾਰਾਂ ਏਕੜ ਰਕਬੇ ਨੂੰ ਇਕੱਠਾ ਕਰਕੇ ਤੁਹਾਡੇ ਖੇਤਾਂ ਦੀਆਂ ਸਾਂਝੀਆਂ ਵੱਟਾਂ ਵਾਹ ਕੇ ਉੱਥੇ ਵੱਡੇ ਟਰੈਕਟਰ ਚੱਲਣਗੇ, ਕੰਬਾਈਨਾਂ ਚੱਲਣਗੀਆਂ, ਫਸਲਾਂ ਚੱਕੀਆਂ ਜਾਣਗੀਆਂ, ਥੋਕ 'ਚ ਖਰੀਦੀਆਂ ਜਾਣਗੀਆਂ। ਹੋ ਸਕਦਾ ਸ਼ੁਰੂ ਦੇ ਵਿੱਚ ਵੱਧ ਭਾਅ ਮਿਲੇ ਔਰ ਮਾਲ ਗੱਡੀਆਂ ਰਾਹੀਂ ਤੁਹਾਡੀ ਫਸਲ ਕਿਤੇ ਦੂਰ ਭੇਜੀ ਜਾਏ, ਪਰ ਤੁਸੀਂ ਸੋਚ ਕੇ ਦੇਖੋ, ਪੰਜਾਬ ਅਤੇ ਹਰਿਆਣੇ ਦੀ ਨਿਮਨ ਕਿਸਾਨੀ ਦੇ ਕੋਲ, ਜਿਹਦੇ ਕੋਲ ਟਰੈਕਟਰ ਵੀ ਨਹੀਂ, ਟਰਾਲੀਆਂ ਵੀ ਨਹੀਂ, ਕਿਵੇਂ ਉਹ ਪਹਾੜੇ 'ਤੇ ਟਰੈਕਟਰ ਟਰਾਲੀਆਂ ਕਰਕੇ ਕਿਸੇ ਹੋਰ ਮੰਡੀ ਦੇ ਵਿੱਚ ਆਪਣੀ ਫਸਲ ਵੇਚਣਗੀਆਂ। ਇਹ ਕੰਮ ਬਹੁਤ ਔਖਾ ਹੈ। ਜੋ ਕੁਛ ਦਿਖਾਇਆ ਜਾ ਰਿਹਾ ਉਹ ਅਸਲ ਵਿੱਚ ਨਹੀਂ ਹੈ। ਕੇਂਦਰ ਸਰਕਾਰ ਨੂੰ, ਚਾਹੇ ਉਹ ਮੋਦੀ ਦੀ ਸਰਕਾਰ ਹੈ, ਚਾਹੇ ਹੋਰ ਸਰਕਾਰ ਹੈ, MSP ਜਦੋਂ ਹੁਣ ਤੱਕ ਚੱਲਦੀ ਆ ਰਹੀ ਸੀ ਤਾਂ ਹੁਣ MSP ਖਤਮ ਕਰਨ ਦੀ ਕੀ ਤੁਕ ਬਣਦੀ ਸੀ? ਕਿੱਥੇ ਕਿਉਂ ਨਾ ਲੋੜ ਪੈ ਗਈ? ਜਦੋਂ ਅਨਾਜ ਦੀ ਲੋੜ ਸੀ, ਅੰਨ ਦੀ ਲੋੜ ਸੀ, ਤਾਂ ਉਦੋਂ ਪੰਜਾਬ ਦੀ ਧਰਤੀ 'ਤੇ ਪ੍ਰਯੋਗ ਕੀਤੇ ਗਏ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਝੋਨਾ, ਧਾਨ ਇਹ ਫਸਲ ਹੈ ਜਿਹੜੀ ਪੰਜਾਬ ਦੀ ਧਰਤੀ ਦੇ ਬੀਜਣ ਦੇ ਅਨੁਕੂਲ ਨਹੀਂ ਹੈ। ਝੋਨਾ ਬਹੁਤ ਪਾਣੀ ਲੈਣ ਵਾਲੀ ਫਸਲ ਹੈ। ਪੰਜਾਬ ਦੇ ਵਿੱਚ ਪਾਣੀ ਵਾਫਰ ਨਹੀਂ ਹੈ। ਪੰਜਾਬ ਤਾਂ ਗੁਆਂਢੀ ਸੂਬਿਆਂ ਹਰਿਆਣੇ ਤੇ ਰਾਜਸਥਾਨ ਨਾਲ ਪਾਣੀ ਦੇ ਹੱਕਾਂ ਦੀ ਲੜਾਈ ਲੜ ਰਿਹਾ ਔਰ ਝੋਨਾ ਬੀਜ ਕੇ ਰਹਿੰਦਾ ਖੁੰਦਾ ਪਾਣੀ ਵੀ ਜਿਹੜਾ ਧਰਤੀ ਦੇ ਹੇਠੋਂ ਵੀ ਖਿੱਚ ਲਿਆ ਗਿਆ। ਸਬਮਰਸੀਬਲ ਪੰਪ ਲਗਾ ਦਿੱਤੇ ਗਏ ਨੇ, ਮੱਛੀ ਮੋਟਰਾਂ ਪਾਣੀ ਖਿੱਚ ਕੇ ਹੰਭ ਗਈਆਂ ਨੇ ਔਰ ਇਹਨਾਂ ਬਿੱਲਾਂ ਦੇ ਵਿੱਚ ਖੇਤੀ ਤੇ ਬਿਜਲੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵੀ ਖਤਮ ਕਰਨ ਦੇ ਬਾਣ ਨੂੰ ਬੰਨੇ ਗਏ ਨੇ। ਖੇਤੀ ਏਜੰਸਾਂ ਦਾ ਜਦੋਂ ਕੋਈ ਭਾਅ ਹੀ ਨਾ ਹੋਏਗਾ, ਤੁਹਾਨੂੰ ਕੋਈ ਗਰੰਟੀ ਨਾ ਦੇਗਾ। ਖੇਤੀ ਕਮਿਸ਼ਨ ਜਿਹੜਾ ਬਣਿਆ, ਲਾਗਤਾਂ ਜਿਹੜਾ ਦੇ ਭਾਅ ਤੈਅ ਕਰਦਾ ਹੈ, ਸਿਫਾਰਸ਼ਾਂ ਜਿਹੜੀਆਂ ਕੈਬਨਿਟ ਮਨਜ਼ੂਰ ਕਰਦੀ ਹੈ, ਤਾਂ ਕਿਸਾਨ ਨੂੰ ਪਤਾ ਹੈ ਕਿ 1700-1800 'ਚ ਕਣਕ ਵਿਕ ਜਾਣੀ ਹੈ, ਇੰਨਾ ਭਾਅ ਝੋਨੇ ਦਾ ਵੀ ਮਿਲ ਜਾਣਾ ਹੈ ਤੇ 6 ਮਹੀਨਿਆਂ ਬਾਅਦ ਜਦੋਂ ਫਸਲ ਆਉਣੀ ਹੈ, ਹੋ ਸਕਦਾ ਜੇ ਵੋਟਾਂ ਨੇੜੇ ਹੈ ਤਾਂ 150 ਰੁਪਏ ਭਾਅ ਹੋਰ ਵੀ ਵਧਾ ਦਿੱਤਾ ਜਾਵੇ। ਹੁਣ ਲੋੜ ਨਹੀਂ, ਕਿਉਂਕਿ ਅੰਨ ਭੰਡਾਰ ਭਰੇ ਪਏ ਨੇ। ਇਹ ਜਿਹੜੀਆਂ ਸਾਰੀਆਂ ਕਾਰਸਤਾਨੀਆਂ ਨੇ, ਇਹ ਤੁਹਾਨੂੰ ਇੱਕ ਵਡੇਰਾ ਨਜ਼ਰੀਆ ਲੈ ਕੇ ਦੇਖਣ ਦੀ ਲੋੜ ਹੈ, ਨਾ ਕਿ ਔਰ ਪਹਿਲੀ ਵਾਰ ਦੋਸਤੋ ਜਿਹੜਾ ਇਹ ਅੰਦੋਲਨ ਚੱਲਿਆ, ਇਹਦੇ ਵਿੱਚ ਇੱਕ ਸਭ ਤੋਂ ਵਧੀਆ ਗੱਲ ਜਿਹੜੀ ਇਹ ਦੇਖਣ ਨੂੰ ਮਿਲੀ ਹੈ ਕਿ ਕਿਸਾਨਾਂ ਦੇ ਨਾਲ ਮਜ਼ਦੂਰ ਵੀ ਆਣ ਰਲੇ ਨੇ, ਔਰਤਾਂ ਵੀ ਨਾਲ ਆਣ ਰਲੀਆਂ ਨੇ, ਜਿਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਖੱਟੂ ਕਹਿ ਕੇ, ਗਾਇਕਾਂ ਦੇ ਪਿੱਛੇ ਲੜਨ ਵਾਲੇ ਕਹਿ ਕੇ ਹੁਣ ਤੱਕ ਨਿੰਦਿਆ ਜਾਂਦਾ ਰਿਹਾ, ਭੰਡਿਆ ਜਾਂਦਾ ਰਿਹਾ, ਉਹ ਵੀ ਕਿਸਾਨਾਂ ਦੇ ਨਾਲ ਮੋਢਾ ਜੋੜ ਕੇ ਅੰਦੋਲਨ ਕਰ ਰਹੇ ਨੇ, ਸੜਕਾਂ 'ਤੇ ਉਤਰੇ ਹੋਏ ਨੇ। ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ, ਸ਼ਹਿਰ, ਕਸਬਾ, ਗ੍ਰਾਂ ਰਹਿ ਗਿਆ ਹੋਵੇ ਜਿੱਥੇ ਕਿਸਾਨ ਅੰਦੋਲਨ ਨਾ ਭਖਿਆ ਹੋਵੇ। ਆਉਣ ਵਾਲੇ ਸਮੇਂ 'ਚ ਇਹ ਕਿਸਾਨ ਅੰਦੋਲਨ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰੇਗਾ, ਕਿਉਂਕਿ ਬਿੱਲ ਪਾਰਲੀਮੈਂਟ ਵਿੱਚ ਪੇਸ਼ ਹੋ ਚੁੱਕੇ ਨੇ। ਰਮਨੀਤ ਸਿੰਘ ਬਿੱਟੂ ਨੇ ਇਹ ਵੀ ਕਹਿਤਾ ਕਿ ਜੇ ਤੁਹਾਡੀ ਬਹੁਤ ਸੰਮਤੀ ਹੈ, ਤੁਸੀਂ ਬਹੁ ਗਿਣਤੀ 'ਚੋਂ, ਤੁਸੀਂ ਇਕੱਲੇ ਸਭ ਕੁਝ ਕਰ ਸਕਦੇ ਹੋ, ਕਿਉਂਕਿ ਦੋਸਤੋ ਇੱਥੇ ਜਿਹੜੀ ਗਿਣਤੀ ਆ ਉਹ ਬਹੁਤ ਮੈਟਰ ਕਰਦੀ ਹੈ। 543 ਸੀਟਾਂ ਵਿੱਚੋਂ 303 ਇਕੱਲੀਆਂ ਭਾਜਪਾ ਕੋਲ ਨੇ। ਭਾਜਪਾ ਆਪਣੀ ਮਨਮਰਜ਼ੀ ਦੇ ਫੈਸਲੇ ਇਕੱਲੀ ਲੈ ਸਕਦੀ ਹੈ। ਕਹਿਣ ਨੂੰ NDA ਦੀ ਸਰਕਾਰ ਹੈ, ਭਾਜਪਾ ਦੇ ਫੈਸਲੇ ਹੋਣੇ ਹੈ, ਜੋ ਮਰਜ਼ੀ ਉਹ ਜਿਸ ਤਰ੍ਹਾਂ ਦੇ ਮਰਜ਼ੀ ਬਿੱਲ ਲਿਆਉਣ। ਜੇ ਕੋਈ ਵੀ ਪਾਰਟੀ ਉਹਨਾਂ ਦਾ ਸਮਰਥਨ ਨਾ ਕਰੇ, ਬਿੱਲ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਤਾਂ ਵੀ ਪਾਸ ਹੋ ਜਾਣੇ ਸੀ। ਸ਼ਾਇਦ ਇਹ ਗੱਲ ਅਕਾਲੀ ਦਲ ਨੂੰ ਵੀ ਪਤਾ ਲੱਗ ਚੁੱਕੀ ਸੀ ਕਿ ਅਸੀਂ ਘੱਟੋ ਘੱਟ ਦਾਗੀ ਤਾਂ ਨਾ ਹੋਈਏ। ਜੇ ਅਕਾਲੀ ਦਲ ਭਾਵ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਦੋਹੇ ਪਾਰਲੀਮੈਂਟ ਦੇ ਵਿੱਚ ਅਕਾਲੀ ਦਲ ਦੇ ਮੈਂਬਰ ਨੇ, ਦੋਹੇ ਇਹਨਾਂ ਆਰਡੀਨੈਂਸਾਂ ਦੇ ਹੱਕ 'ਚ ਭੁਗਤਦੇ, ਇਹਨਾਂ ਦਾ ਵਿਰੋਧ ਨਾ ਕਰਦੇ, ਤਾਂ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਵੜਨ ਦੇਣਾ ਸੀ? ਜਿਹੜੇ ਅੰਦੋਲਨ ਚੱਲ ਰਹੇ ਨੇ ਮਾਲਵੇ ਦੀ ਧਰਤੀ ਤੇ, ਕਹਿੰਦੇ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ। ਬਰਨਾਲੇ ਦੀ ਧਰਤੀ ਤੇ ਭੀਖੀ, ਬੁਢਲਾਡੇ, ਮਾਨਸੇ ਜਿਹੜੇ ਕਿਸਾਨਾਂ ਨੇ ਅੰਦੋਲਨ ਮੰਗਾਏ ਹੋਏ ਨੇ, ਸੜਕਾਂ ਜਾਮ ਕੀਤੀਆਂ ਹੋਈਆਂ ਨੇ, ਉੱਥੇ ਉਹ ਕਿਸੇ ਵੀ ਪਾਰਟੀ ਦੇ ਆਗੂ ਨੂੰ ਆਪਣੇ ਅੰਦੋਲਨ ਵਿੱਚ ਨਹੀਂ ਵੜਨ ਦੇ ਰਹੇ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਉਹਨਾਂ ਨੇ ਆਪਣੇ ਅੰਦੋਲਨ ਦੇ ਵਿੱਚ ਦਖਲਅੰਦਾਜ਼ੀ ਕਰਨ ਤੋਂ ਵਰਜਿਆ। ਕਹਿੰਦੇ ਹੁਣ ਸਾਡੇ ਕੋਲ ਕੀ ਲੈਣ ਆਏ ਨੇ। ਸਿਆਸੀ ਪਾਰਟੀਆਂ ਪਲ ਪਲ ਤੇ ਰੰਗ ਬਦਲਦੀਆਂ ਨੇ। ਆਉਣ ਵਾਲੇ ਸਮੇਂ 'ਚ ਗੱਲ ਹੋਰ ਨਿਖਰ ਕੇ ਸਾਹਮਣੇ ਆ ਜਾਏਗੀ। ਪਰ ਭਾਰਤੀ ਕੇਂਦਰੀ ਹਕੂਮਤ, ਸੰਘੀ ਸਰਕਾਰ, ਜਿਹਨੇ ਸੰਘੀ ਪ੍ਰਣਾਲੀ ਨੂੰ ਤਾਂ ਅਪਣਾਇਆ ਹੋਇਆ, ਪਰ ਸੰਘੀ ਪ੍ਰਣਾਲੀ ਦੇ ਵਿਕਾਸ ਦੀ ਥਾਂ ਉਹ ਸੰਘੀ ਖੇਤਰਾਂ ਦੀ ਸੰਘੀ ਘੁੱਟ ਰਹੀ ਹੈ। ਹੁਣ ਖੇਤਰੀ ਪਾਰਟੀਆਂ ਨੂੰ ਆਪਣਾ ਜਿਹੜਾ ਇਹ ਸੋਚਣਾ ਪੈਣਾ ਕਿ ਉਹਨਾਂ ਨੇ ਕਿਹੜੀ ਵੱਡੀ ਸਿਆਸੀ ਪਾਰਟੀ ਦੇ ਨਾਲ
ਰਲ ਕੇ ਚੱਲਣਾ ਹੈ, ਕਿਉਂਕਿ ਖੇਤਰੀ ਪਾਰਟੀਆਂ ਆਪਸ ਦੇ ਵਿੱਚ ਖੱਖੜੀਆਂ ਕਰੇਲੇ ਹੋਈਆਂ ਫਿਰਦੀਆਂ ਨੇ। ਉਹਨਾਂ ਦੀਆਂ ਆਪਣੀਆਂ ਮੰਗਾਂ ਨੇ। ਸੈਂਟਰ ਦੇ ਵਿੱਚ ਇਸ ਵੇਲੇ ਜਿੰਨੀ ਭਾਜਪਾ ਸ਼ਕਤੀਸ਼ਾਲੀ ਹੈ, ਦੋਹਰ ਲਾਈ ਹੈ ਭਾਜਪਾ ਨੇ, ਆਪਣਾ ਉਹਨਾਂ ਦਾ ਏਜੰਡਾ ਹੈ, ਉਹਨੂੰ ਲਾਗੂ ਕਰਨ ਤੋਂ ਰੋਕਣ ਦੇ ਵਿੱਚ ਵਿਰੋਧੀ ਧਿਰ ਵੀ ਅਸਫਲ ਰਹੀ ਹੈ। ਕਾਂਗਰਸ ਨੂੰ ਵੀ ਆਪਾਂ ਇਸ ਮੰਚ ਤੋਂ ਉਵੇਂ ਹੀ ਕ੍ਰਿਟੀਸਾਈਜ਼ ਕਰਾਂਗੇ, ਕਿਉਂਕਿ ਜਦੋਂ ਇਹ ਬਿੱਲ ਪਾਰਲੀਮੈਂਟ 'ਚ ਆਉਣੇ ਸੀ, ਸੋਨੀਆ ਗਾਂਧੀ ਬਿਮਾਰੀ ਦਾ ਬਹਾਨਾ ਲਾ ਕੇ ਜਹਾਜ਼ ਚੜ੍ਹ ਗਏ। ਪਿੱਛੇ ਉਹਨਾਂ ਦਾ ਪੁੱਤ ਰਾਹੁਲ ਗਾਂਧੀ ਵੀ ਆਪਣੀ ਮੰਮੀ ਦਾ ਪਤਾ ਲੈਣ ਲਈ ਚੜ੍ਹ ਗਿਆ। ਕੁਝ ਹੋਰ ਜਿਹੜੇ ਵੱਡੇ ਆਗੂ ਨੇ ਉਹ ਵੀ ਗੈਰ ਹਾਜ਼ਰ ਰਹੇ ਨੇ। ਸੋ ਸੰਸਦ ਦੇ ਵਿੱਚੋਂ ਜਿੱਥੇ ਹਾਜ਼ਰੀ ਯਕੀਨੀ ਬਣਾਉਣੀ ਹੁੰਦੀ ਹੈ, ਇਹਨਾਂ ਵੱਡੇ ਆਗੂਆਂ ਦੀ, ਜਿਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਦਾ ਰੋਲ ਨਿਭਾਉਣਾ ਸੀ, ਉਹ ਹਾਜ਼ਰੀ ਵੀ ਲੋਕਾਂ ਨੂੰ ਰੜਕ ਰਹੀ ਹੈ। ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਾਂਗਰਸ ਵੀ ਸੈਂਟਰ ਦੇ ਵਿੱਚ, ਭਾਵ ਵੱਖ-ਵੱਖ ਸੂਬਿਆਂ ਦੇ ਵਿੱਚ, ਤੇ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਹੋਰ ਵਧੇਰੇ ਸਮਰੱਥ ਬਣਾਉਣ ਦੇ ਵਿੱਚ, ਵਧੇਰੇ ਸੀਟਾਂ ਹਾਸਲ ਕਰਨ ਦੇ ਵਿੱਚ ਕਿੰਨਾ ਕੁ ਜ਼ੋਰ ਲਗਾਉਂਦੀ ਹੈ। ਕਿਉਂਕਿ ਆਪਸ ਦੇ ਵਿੱਚ ਹੀ ਪਾਰਟੀਆਂ ਦੇ ਅੰਦਰੋਂ ਅੰਦਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਥੇ ਪੰਜਾਬ 'ਚ ਅਕਾਲੀ ਦਲ ਨੂੰ ਅੰਦਰਲੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਪੰਜਾਬ ਕਾਂਗਰਸ ਦੇ ਵਿੱਚ ਵੀ ਕਸ਼ਮਕਸ਼ ਚੱਲ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਤੇ ਜਲੰਧਰ ਤੋਂ ਜਿਹੜੇ ਸ਼ਮਸ਼ੇਰ ਸਿੰਘ ਦੂਲੋ, ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦਾ ਵਿਰੋਧ ਪ੍ਰਗਟਾਇਆ ਜਾ ਚੁੱਕਾ ਹੈ। ਸੋ ਸਿਆਸੀ ਪਾਰਟੀਆਂ ਦੇ ਆਪਣੇ ਏਜੰਡੇ ਹੁੰਦੇ ਨੇ, ਉਹਨਾਂ ਨੇ ਉਸ ਏਜੰਡੇ ਨੂੰ ਗਾਹੇ ਬਗਾਹੇ ਅੱਗੇ ਵਧਾਉਣਾ ਹੁੰਦਾ। ਪਰ ਜੇ ਲੋਕਾਂ ਨੇ ਕਿਸੇ ਇੱਕ ਵੱਡੀ ਪਾਰਟੀ ਨੂੰ ਭਾਰੀ ਸਮਰਥਨ ਦਿੱਤਾ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੀਆਂ ਮਨ ਆਈਆਂ ਸ਼ੁਰੂ ਕਰ ਦਿਓ। ਕਿਸਾਨੀ ਭਾਰਤ ਦੀ ਰੀੜ੍ਹ ਦੀ ਹੱਡੀ ਰਹੀ ਹੈ। ਲੋੜ ਵੇਲੇ ਜਦੋਂ ਭਾਰਤ ਨੂੰ ਅੰਨ ਦੀ ਲੋੜ ਸੀ, ਠੂਠਾ ਫੜ ਕੇ ਹੋਰਨਾਂ ਮੁਲਕਾਂ ਤੋਂ ਅੰਨ ਮੰਗਣ ਦੀ ਨੌਬਤ ਆ ਗਈ ਸੀ, ਉਦੋਂ ਪੰਜਾਬ ਨੂੰ ਆਤਮ ਨਿਰਭਰ ਭਾਰਤ ਨੂੰ ਕਿਹਨੇ ਕੀਤਾ? ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਨੇ। ਪੰਜਾਬ ਅੱਜ ਵੀ ਭਾਰਤ ਦੇ ਕੇਂਦਰੀ ਪੂਲ ਦੇ ਵਿੱਚ 50% ਜਿਹੜਾ ਖੁਰਾਕ ਦਾ ਹਿੱਸਾ ਪਾ ਰਿਹਾ ਹੈ। ਹੁਣ ਮਹਾਮਾਰੀ ਚੱਲੀ, ਕਰੋਨਾ ਵਾਇਰਸ ਫੈਲਿਆ, ਕੇਂਦਰੀ ਏਜੰਸੀਆਂ ਦੇ ਨੁਮਾਇੰਦਿਆਂ ਨੇ ਇਹ ਗੱਲ ਤਸਲੀਮ ਕੀਤੀ ਹੈ ਕਿ ਅਸੀਂ ਜਿੱਥੇ ਵੀ ਕੋਈ ਖੁਰਾਕ ਵੰਡੀ, ਅਨਾਜ ਪਹੁੰਚਾਇਆ, 40% ਅਸੀਂ ਪੰਜਾਬ ਦੇ ਗੋਦਾਨਾਂ 'ਚੋਂ ਚੱਕਿਆ। ਜਿਹੜੇ ਗੋਡਾਊਨ ਭਰੇ ਪਏ ਸਨ, ਬੋਰੀਆਂ ਭਰੀਆਂ ਪਈਆਂ ਸਨ, ਥਈਆਂ ਲੱਗੀਆਂ ਪਈਆਂ ਸਨ, ਉਹ ਹੁਣ ਖਾਲੀ ਹੋਈਆਂ ਨੇ। ਜਦੋਂ ਕੁਦਰਤੀ ਆਫਤਾਂ ਹੁੰਦੀਆਂ ਨੇ ਉਦੋਂ ਇਹ ਭੰਡਾਰ ਕੰਮ ਕਰਦੇ ਨੇ। ਸੋ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਜੀ। ਸਾਂਝਾ ਟੀਵੀ ਤੇ ਹੁਣ ਵਕਤ ਹੋ ਗਿਆ ਤੁਹਾਡੇ ਤੋਂ ਵਿਦਾਇਗੀ ਲੈਣ ਦਾ। ਹੁਣ ਸੋਮਵਾਰ ਤੁਹਾਡੀ ਤੇ ਮੇਰੀ ਮੁਲਾਕਾਤ ਹੋਏਗੀ। ਸਾਂਝਾ ਟੀਵੀ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਆਪ ਦੇਖੋ ਤੇ ਆਪਣੇ ਹੋਰਨਾਂ ਦੋਸਤਾਂ, ਮਿੱਤਰਾਂ, ਪਰਿਵਾਰਕ ਮੈਂਬਰਾਂ ਨੂੰ ਇਹ ਪ੍ਰੋਗਰਾਮ ਦੇਖਣ ਦੀ ਸਲਾਹ ਦਿਓ। ਔਰ ਤੁਸੀਂ ਜਦੋਂ ਸ਼ਾਮਲ ਹੁੰਦੇ ਹੋ, ਲਾਈਨ ਤੇ ਜਿਹੜੇ ਨੰਬਰ ਆਉਂਦੇ ਨੇ, ਕਾਲ ਕਰਦੇ ਹੋ, ਤਾਂ ਸਾਨੂੰ ਬੜਾ ਵਧੀਆ ਲੱਗਦਾ। ਤੁਹਾਡੇ ਤੇ ਸਾਡੇ ਵਿਚਾਰਾਂ ਦੇ ਵਿੱਚ ਮਤਭੇਦ ਹੋ ਸਕਦੇ ਨੇ, ਪਰ ਕਿਸੇ ਨਾਲ ਕੋਈ ਲਾਗ ਡਾਟ ਨਹੀਂ। ਅਗਲੀ ਵਾਰ ਜਦੋਂ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ ਸਾਂਝਾ ਟੀਵੀ ਤੋਂ, ਇਸੇ ਤਰ੍ਹਾਂ ਦਾ ਸਹਿਯੋਗ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਵੱਲੋਂ ਮਿਲਦਾ ਰਹੇਗਾ। ਤੇ ਇਸ ਦੇ ਨਾਲ ਹੀ ਮੈਨੂੰ ਗੁਰਬਾਜ ਸਿੰਘ ਬਰਾੜ ਨੂੰ ਇੱਥੇ ਹੀ ਦਿਓ ਆਗਿਆ ਤੇ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਸਤਿ ਸ੍ਰੀ ਅਕਾਲ ਦੋਸਤੋ, ਅਲਵਿਦਾ।